ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ 11:30 ਵਾਲੀ ਕਲਾਸ, ਜਿਸ ਵਿੱਚ ਆਪਾਂ ਜੋ ਹੈ ਪੰਥ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦੀ ਆਪਾਂ ਗੱਲ ਕਰਦੇ ਹਾਂ। ਸੰਗਤ ਹੋਰ ਜੁੜ ਜਾਵੇ, ਆਪਾਂ ਫਿਰ ਇਸ ਕਲਾਸ ਦੀ ਆਰੰਭਤਾ ਕਰਦੇ ਹਾਂ 1-2 ਮਿੰਟ ਤੱਕ। ਬੜੀ ਕਿਰਪਾ ਹੈ ਆਪ ਜੀ ਉੱਤੇ ਜੋ ਰੋਜ਼ ਆਪਣੇ ਸਮੇਂ ਦੇ ਵਿੱਚੋਂ ਇਸ ਕਲਾਸ ਵਾਸਤੇ ਵਿਸ਼ੇਸ਼ ਤੌਰ ਦੇ ਉੱਤੇ ਆਪ ਜੀ ਜਿਹੜਾ ਸਮਾਂ ਜਿਹੜਾ ਹੈ ਉਹ ਕੱਢਦੇ ਹੋ, ਕਿਉਂਕਿ ਗੁਰਮਤਿ ਜਿਹੜੀ ਹੈ ਸਿੱਖ ਕੇ ਹੀ ਕਿਸੇ ਨੂੰ ਸਿਖਾਈ ਜਾ ਸਕਦੀ ਹੈ। ਜੇ ਅਸੀਂ ਆਪ ਗੁਰਮਤਿ ਦੇ ਧਾਰਨੀ ਆ, ਫਿਰ ਹੀ ਅਸੀਂ ਕਿਸੇ ਨੂੰ ਗੁਰਮਤਿ ਦੇ ਬਾਰੇ ਕੋਈ ਗੱਲ ਕਰ ਸਕਦੇ ਹਾਂ। ਨਹੀਂ ਤੇ ਜਿਹੜਾ ਹੈ ਆਪ ਵੀ ਅਸੀਂ ਉਹਨਾਂ ਹੀ ਕਰਮ ਕਾਂਡਾਂ ਵਿੱਚ ਫਸੇ ਰਵਾਂਗੇ ਤੇ ਹੋਰਨਾਂ ਨੂੰ ਫਿਰ ਅਸੀਂ ਕੀ ਕਿਸੇ ਨੂੰ ਪ੍ਰੇਰਨਾ ਕਰਨੀ ਆ। ਇਸ ਕਰਕੇ ਇਹ ਬੜਾ ਜ਼ਰੂਰੀ ਹੈ ਹਰ ਸਿੱਖ ਦੇ ਲਈ ਕਿ ਉਹਨੂੰ ਗੁਰਮਤਿ ਦੀ ਜਿਹੜੀ ਹੈ ਸਿੱਖਿਆ ਉਹ ਦ੍ਰਿੜ ਹੋਣੀ ਚਾਹੀਦੀ ਹੈ, ਕਿਉਂਕਿ ਹਰ ਧਰਮ ਦੇ ਵਿੱਚ ਆਪਣੀ ਆਪਣੀ ਇੱਕ ਮਰਿਆਦਾ ਹੁੰਦੀ ਹੈ। ਕੋਈ ਵੀ ਧਰਮ ਹੋਵੇ, ਭਾਵੇਂ ਹਿੰਦੂ ਹੈ, ਮੁਸਲਿਮ ਧਰਮ ਹੈ, ਭਾਵੇਂ ਉਹ ਜੈਨੀ ਹੈ, ਬੋਧੀ ਹੈ, ਈਸਾਈ ਹੈ, ਯਹੂਦੀ ਹੈ, ਹਰ ਕਿਸੇ ਦੀ ਆਪਣੀ ਆਪਣੀ ਮਰਿਆਦਾ ਨਾਲ ਬੰਨੀ ਹੋਈ ਹੈ। ਤੇ ਮਰਿਆਦਾ ਦੀ ਜੇ ਗੱਲ ਕਰੀਏ, ਮਰਿਆਦਾ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਅਕਾਲ ਪੁਰਖ ਦੇ ਤੱਕ ਜੇ ਪਹੁੰਚਣਾ ਹੋਵੇ, ਉਸ ਪਰਮਾਤਮਾ ਦੇ ਤੱਕ ਪਹੁੰਚਣਾ ਹੋਵੇ ਤੇ ਕੋਈ ਰਸਤਾ ਹੋਵੇ ਨਾ, ਉਸ ਰਸਤੇ ਤੇ ਚੱਲ ਕੇ ਉਹਦੇ ਤੱਕ ਪਹੁੰਚਿਆ ਜਾ ਸਕਦਾ। ਇਸ ਤਰ੍ਹਾਂ ਇਹ ਜਿਹੜੀ ਮਰਿਆਦਾ ਹੁੰਦੀ ਹੈ, ਸਾਨੂੰ ਇੱਕ ਰਸਤੇ ਦੀ ਵਾਂਗ ਮਿਲੀ ਹੁੰਦੀ ਹੈ, ਜਿਹਦੇ ਉੱਤੇ ਚੱਲ ਕੇ ਅਸੀਂ ਆਪਣੇ ਮੁਰਸ਼ਿਦ, ਆਪਣੇ ਪੀਰ, ਆਪਣੇ ਗੁਰੂ ਦੇ ਕੋਲ ਪਹੁੰਚਣਾ ਹੁੰਦਾ ਹੈ। ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਉਸ ਧਰਮ ਦੀ ਉਹਦੀ ਆਪਣੀ ਇੱਕ, ਉਸ ਧਰਮ ਦੇ ਪੈਗੰਬਰ ਨੇ, ਉਸ ਧਰਮ ਦੇ ਗੁਰੂ ਨੇ, ਉਸ ਧਰਮ ਦੇ ਜਿਹੜਾ ਹੈ ਪੀਰ ਨੇ ਮਨੁੱਖਾਂ ਨੂੰ, ਉਸ ਧਰਮ ਦੇ ਪੈਰੋਕਾਰਾਂ ਨੂੰ ਇੱਕ ਮਰਿਆਦਾ ਦਿੱਤੀ ਹੁੰਦੀ ਹੈ, ਜਿਹਦੇ ਉੱਤੇ ਚੱਲ ਕੇ ਉਹ ਆਪਣਾ ਸਮਝਦੇ ਆ ਕਿ ਸਾਡਾ ਭਲਾ ਹੋ ਸਕਦਾ ਹੈ। ਇਸੇ ਤਰ੍ਹਾਂ ਸਾਡੇ ਲਈ ਵੀ ਸਤਿਗੁਰਾਂ ਨੇ ਇੱਕ ਮਰਿਆਦਾ ਜਿਹੜੀ ਦ੍ਰਿੜ ਕਰਵਾਈ ਹੈ, ਸਾਨੂੰ ਪੱਕੀ ਮਰਿਆਦਾ ਸਾਡੇ ਲਈ ਬਣਾ ਦਿੱਤੀ, ਜਿਹਦੇ ਉੱਤੇ ਚੱਲ ਕੇ ਤੇ ਅਸੀਂ ਸਤਿਗੁਰਾਂ ਦੇ ਹਜ਼ੂਰ ਪਹੁੰਚਦੇ ਹਾਂ। ਸਤਿਗੁਰਾਂ ਦੇ ਕੋਲੋਂ ਜੋ ਨਾਮ ਦੀ ਬਖਸ਼ਿਸ਼ ਹੁੰਦੀ ਹੈ, ਉਹ ਇਸ ਮਰਿਆਦਾ ਤੇ ਚੱਲ ਕੇ ਹੁੰਦੀ ਹੈ। ਕਈ ਤਰ੍ਹਾਂ ਦੀਆਂ ਮਰਿਆਦਾ, ਪਰ ਜੋ ਪੰਥਕ ਮਰਿਆਦਾ ਹੈ, ਪੰਥਕ ਸਿੱਖ ਰਹਿਤ ਮਰਿਆਦਾ, ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਹੈ, ਜਿਸ ਦੀ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਇਸ ਕਲਾਸ ਦੇ ਵਿੱਚ ਵਿਚਾਰ ਕਰਦੇ ਹਾਂ, ਕਿਉਂਕਿ ਇਸ ਰਹਿਤ ਮਰਿਆਦਾ ਦੇ ਅਨੁਸਾਰ ਹੀ ਜਿਹੜਾ ਹੈ ਅਸੀਂ ਆਪਣਾ ਜੀਵਨ ਜਿਉਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਇਸ ਰਹਿਤ ਮਰਿਆਦਾ ਨੂੰ ਬਣਾਉਣ ਦੇ ਪਿੱਛੇ ਬਹੁਤ ਜਿਹੜਾ ਵੱਡਾ ਇਤਿਹਾਸ ਹੈ, ਬੜੇ ਯਤਨ ਹੋਏ, ਕਈ ਤਰ੍ਹਾਂ ਦੀਆਂ ਰਾਵਾਂ ਪੁੱਜੀਆਂ, ਬੜੇ ਤਰ੍ਹਾਂ ਦੇ ਯਤਨ ਕਰਕੇ ਜਿਹੜਾ ਹੈ ਇਸ ਰਹਿਤ ਮਰਿਆਦਾ ਨੂੰ ਲਾਗੂ ਕੀਤਾ ਗਿਆ ਤੇ ਅੱਜ ਇਹ ਪੰਥ ਦੇ ਵਿੱਚ ਜਿਹੜੀ ਹੈ ਵਿਸ਼ੇਸ਼ ਤੌਰ ਦੇ ਉੱਤੇ ਮਰਿਆਦਾ ਲਾਗੂ ਹੈ। ਕਾਫੀ ਸੰਗਤ ਜਿਹੜੀ ਇਸ ਮਰਿਆਦਾ ਦੇ ਅਨੁਸਾਰ ਹੀ ਆਪਣਾ ਜੀਵਨ ਤੇ ਗੁਰਦੁਆਰਿਆਂ ਦੇ ਜਿਹੜਾ ਕਾਰ ਵਿਹਾਰ ਇਸ ਮਰਿਆਦਾ ਦੇ ਉੱਤੇ ਚੱਲਦਾ ਹੈ। ਇਸ ਕਰਕੇ ਪੰਥਕ ਮਰਿਆਦਾ ਜਿਹੜੀ ਹੈ, ਇਹਨੂੰ ਆਪਾਂ ਵਿਚਾਰਨ ਦਾ ਯਤਨ ਕਰ ਰਹੇ ਹਾਂ। ਤੇ ਹੁਣ ਅਸੀਂ ਜੋ ਰਹਿਤ ਮਰਿਆਦਾ ਦੇ ਵਿਚਲਾ ਟੌਪਿਕ ਹੈ, ਆਨੰਦ ਦਾ ਟੌਪਿਕ, ਉਸ ਆਨੰਦ ਦੇ ਟੌਪਿਕ ਨੂੰ ਅਸੀਂ ਜਿਹੜਾ ਹੈ ਵਿਚਾਰਨਾ ਹੈ। ਆਨੰਦ ਸੰਸਕਾਰ, ਮੈਂ ਕੱਲ ਦੱਸਿਆ ਸੀ ਕਿ ਸੰਸਕਾਰ ਹੁੰਦੇ ਆ ਹਰ ਧਰਮ ਦੇ ਆਪਣੇ ਆਪਣੇ, ਹਰ ਧਰਮ ਨੇ ਜਿਹੜਾ ਵਿਸ਼ੇਸ਼ ਸੰਸਕਾਰ ਰੱਖੇ ਹੁੰਦੇ ਆ, ਜਿਹਦੇ ਵਿੱਚ ਜਨਮ ਦਾ ਇੱਕ ਸੰਸਕਾਰ ਹੁੰਦਾ ਹੈ, ਮੌਤ ਦਾ ਸੰਸਕਾਰ ਹੁੰਦਾ ਹੈ, ਫਿਰ ਇਹਦੇ ਨਾਲ ਵਿਆਹ ਦਾ ਸੰਸਕਾਰ ਹੁੰਦਾ ਹੈ, ਭਾਵ ਰੀਤੀ ਰਿਵਾਜ ਹੁੰਦੇ ਉਹਨਾਂ ਦੇ ਵਿਆਹ ਦੇ। ਤੇ ਇਹਦੇ ਨਾਲ ਹੀ ਜਿਹੜਾ ਹੈ ਸਾਡੇ ਸਿੱਖ ਧਰਮ ਦੇ ਅੰਦਰ ਵੀ ਸਤਿਗੁਰਾਂ ਨੇ ਜੋ ਹੈ ਸੰਸਕਾਰਾਂ ਦੀ ਬਖਸ਼ਿਸ਼ ਕੀਤੀ ਹੈ, ਪੰਥ ਨੇ ਜੋ ਲਿਖੇ ਹਨ ਕਿ ਕਿਵੇਂ ਦੇ ਸੰਸਕਾਰ ਜਿਹੜੇ ਇੱਕ ਸਿੱਖ ਨੇ ਵਰਤਣੇ ਆ ਜਨਮ ਸਮੇਂ, ਵਿਆਹ ਸਮੇਂ, ਮੌਤ ਸਮੇਂ। ਤੇ ਇੱਕ ਸੰਸਕਾਰ ਜਿਹੜਾ ਪੰਥਕ ਰਹਿਣੀ ਚਾਹੁੰਦਾ, ਜਿਹਨੂੰ ਕਹਿੰਦੇ ਆ ਅੰਮ੍ਰਿਤ ਸੰਸਕਾਰ, ਜਿਹਦੇ ਬਾਰੇ ਆਪਾਂ ਅਗਲੇ ਦਿਨਾਂ ਦੇ ਵਿੱਚ ਵਿਚਾਰਾਂਗੇ। ਸੋ ਅੱਜ ਆਪਾਂ ਜਿਹੜਾ ਸੰਸਕਾਰ ਵਿਚਾਰਨਾ ਹੈ, ਉਹਨੂੰ ਆਨੰਦ ਸੰਸਕਾਰ ਕਹਿੰਦੇ ਆ, ਜਿਹਦੇ ਵਿੱਚ ਆਪਾਂ, ਜਿਹਨੂੰ ਆਮ ਬੋਲੀ 'ਚ ਵਿਆਹ ਦੀ ਗੱਲ ਕਹਿੰਦੇ ਆ, ਵਿਆਹ ਜਾਂ ਸ਼ਾਦੀ ਕਹਿੰਦੇ ਆ, ਉਹਦਾ ਇੱਕ ਕੀ ਸੰਸਕਾਰ ਹੈ, ਉਹਦੀ ਇੱਕ ਕੀ ਗੁਰਮਤਿ ਦੇ ਅਨੁਸਾਰ ਮਰਿਆਦਾ ਹੈ, ਉਹਦੇ ਬਾਰੇ ਆਪਾਂ ਜਿਹੜੀ ਹੈ ਅੱਜ ਗੱਲ ਕਰਨੀ ਹੈ। ਤੁਹਾਡੀ ਸਕਰੀਨ ਦੇ ਉੱਤੇ ਇਹ ਜਿਹੜਾ ਆਨੰਦ ਸੰਸਕਾਰ ਹੈ, ਇਹ ਆ ਗਿਆ ਹੈ, ਆਪ ਤੁਸੀਂ ਦੇਖ ਸਕਦੇ ਹੋ। ਜੁੜ ਗਈ।
ਤੋ ਜਿਹੜਾ ਹੈ ਸੰਗਤ ਜੁੜ ਚੁੱਕੀ ਹੈ। ਆਪਾਂ ਇਸ ਆਨੰਦ ਸੰਸਕਾਰ ਦੇ ਬਾਰੇ ਗੱਲ ਕਰਨੀ ਹੈ। ਤੁਹਾਡੀ ਸਕਰੀਨ ਤੇ ਆ ਰਿਹਾ। ਅਗਰ ਤੁਹਾਨੂੰ ਦੇਖਣ ਦੇ ਵਿੱਚ ਪਰੇਸ਼ਾਨੀ ਹੋਵੇ ਤਾਂ ਤੁਸੀਂ ਇਹਨੂੰ ਵੱਡਾ ਵੀ ਕਰ ਸਕਦੇ ਹੋ ਆਪਣੇ ਹੱਥ ਦੇ ਨਾਲ। ਤੇ ਬਹੁਤ ਆਪਣੇ ਕੋਲ ਜਿਹੜਾ ਤਰੀਕਾ ਹੈ, ਤੁਸੀਂ ਆਪਣੇ ਹੱਥ ਨੂੰ ਥੋੜਾ ਵੱਡਾ ਕਰਕੇ ਪੜ੍ਹ ਸਕਦੇ ਹੋ। ਆਨੰਦ ਸੰਸਕਾਰ ਭਾਵ ਜਿਹੜਾ ਵਿਆਹ ਦੇ ਸਮੇਂ ਜੋ ਰਹੁ ਰੀਤਾਂ ਹਨ, ਉਹ ਸਿੱਖ ਧਰਮ ਦੇ ਅਨੁਸਾਰ ਕੀ ਰੀਤਾਂ ਹਨ, ਉਹਨਾਂ ਦੇ ਬਾਰੇ ਜਿਹੜੀ ਆਪਾਂ ਅੱਜ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਗੱਲ ਜਿਹੜੀ ਹੈ ਪੰਥ ਨੇ ਲਿਖੀ ਹੈ, ਨੰਬਰ ਊੜਾ। ਇਹ ਵਾਹਿਗੁਰੂ ਜਿਹੜੀ ਗੱਲ ਪੰਥ ਨੇ ਲਿਖੀ ਹੈ ਸਭ ਤੋਂ ਪਹਿਲੀ, ਕਿ ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜਾਤ ਪਾਤ ਗੋਤ ਵਿਚਾਰੇ ਤੋਂ ਹੋਣਾ ਚਾਹੀਏ। ਸਿੱਖ ਧਰਮ ਦੇ ਵਿੱਚ ਜਾਤ ਪਾਤ ਦੀ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਕਿਸੇ ਤਰ੍ਹਾਂ ਦੀ ਕੋਈ ਜਾਤ ਪਾਤ ਦਾ ਵਰਣਨ ਨਹੀਂ ਹੈ, ਕਿਉਂਕਿ ਸਤਿਗੁਰਾਂ ਨੇ ਕਹਿ ਦਿੱਤਾ ਕਿ ਜਿੱਥੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਜਿੱਥੇ ਸਾਡੇ ਕਰਮਾਂ ਦਾ ਲੇਖਾ ਹੋਣਾ ਹੈ, ਉਸ ਜਗ੍ਹਾ ਦੇ ਉੱਤੇ ਜਾਤ ਦੀ ਵਿਚਾਰ ਨਹੀਂ ਹੋਣੀ। ਇਸ ਕਰਕੇ ਜਾਤ ਜਿਹੜੀ ਹੈ ਉਹ ਇਸ ਗੱਲ ਦੇ ਵਿੱਚ ਨਹੀਂ ਹੈ। ਤੇ ਖਾਸ ਕਰਕੇ ਇਹ ਧਿਆਨ ਰੱਖਣ ਯੋਗ ਹੈ ਗੱਲ ਕਿ ਜਦੋਂ ਆਪਣੇ ਬੱਚੇ ਜਾਂ ਬੱਚੀ ਦਾ ਰਿਸ਼ਤਾ ਕਰਨਾ ਹੈ, ਉਹਦੇ ਵਿੱਚ ਉਸ ਵਿਆਹ ਦਾ ਬੰਧਨ ਜਦੋਂ ਬੰਧਨਾ ਹੈ ਤੇ ਉਹਦੇ ਵਿੱਚ ਜਾਤ ਪਾਤ ਦੀ ਵਿਚਾਰ ਤੇ ਗੋਤ ਦੀ ਵਿਚਾਰ ਕੀਤੇ ਬਿਨਾਂ ਕਰਨੀ। ਪੰਡਿਤ ਲੋਕ ਕੀ ਕਰਦੇ ਸਨ, ਸਭ ਤੋਂ ਪਹਿਲਾਂ ਜਾਤ ਪਾਤ ਵੇਖਦੇ ਸਨ ਕਿ ਜਾਤ ਕਿਹੜੀ ਹੈ, ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਜਿਹੜੀ ਗੋਤ ਵਿਚਾਰਦੇ ਸਨ ਕਿ ਕਿਹੜੀ ਗੋਤ ਦੇ ਨਾਲ ਸੰਬੰਧ ਰੱਖਦਾ। ਗੋਤਾਂ ਅਸਲ ਦੇ ਵਿੱਚ ਕੀ ਹੁੰਦੀਆਂ ਸਨ ਕਿ ਪੁਰਾਣੇ ਸਮਿਆਂ 'ਚ ਕਬੀਲੇ ਹੁੰਦੇ ਸਨ ਤੇ ਉਹ ਕਬੀਲਿਆਂ ਦਾ ਆਪਣਾ ਆਪਣਾ ਇੱਕ ਨਾਂ ਹੁੰਦਾ ਸੀ। ਉਹ ਕਬੀਲੇ ਦੇ ਲੋਕ ਜਿਹੜੇ ਹੁੰਦੇ ਸਨ ਉਹ ਉਸ ਕਬੀਲੇ ਦੇ ਵਿੱਚ ਰਹਿਣ ਵਾਲੇ ਸਾਰੇ, ਉਹਨਾਂ ਦੀ ਇੱਕ ਗੋਤ ਬਣ ਜਾਂਦੀ ਸੀ, ਉਹਨਾਂ ਦਾ ਇੱਕ ਇਕੱਠ ਬਣ ਜਾਂਦਾ ਸੀ। ਉਹ ਫਿਰ ਆਪਣੇ ਹੀ ਉਸ ਇਕੱਠ ਦੇ ਵਿੱਚ ਜਿਹੜਾ ਸੀ ਆਪਣੀ ਬੱਚੀ ਨੂੰ ਨਹੀਂ ਵਿਆਹੁੰਦੇ ਸਨ, ਉਹ ਦੂਸਰੇ ਕਬੀਲੇ ਦੇ ਲੋਕਾਂ ਦੇ ਨਾਲ ਆਪਣੀ ਬੱਚੀ ਦਾ ਨਾਤਾ ਜਿਹੜਾ ਕਰਦੇ ਸਨ। ਇਸ ਕਰਕੇ ਇਹ ਜਿਹੜੀ ਗੋਤ ਹੈ ਉੱਥੋਂ ਹੀ ਸ਼ਬਦ ਜਿਹੜਾ ਪ੍ਰਚਲਿਤ ਹੋਇਆ। ਪਹਿਲੋਂ ਕਬੀਲਿਆਂ 'ਚ ਰੋਕ ਲੈਂਦੇ ਸਨ, ਫਿਰ ਉਸ ਤੋਂ ਬਾਅਦ ਜਦੋਂ ਇਸ ਤਰ੍ਹਾਂ ਵਿਸ਼ਾਲ ਤੌਰ ਦੇ ਉੱਤੇ ਮਨੁੱਖਤਾ ਨੇ ਰਹਿਣਾ ਸ਼ੁਰੂ ਕਰ ਦਿੱਤਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਫਿਰ ਤੇ ਕੋਈ ਕਿਸੇ ਤਰ੍ਹਾਂ ਦੀ ਗੱਲ ਦੀ ਵਿਚਾਰ ਨਹੀਂ ਹੋਣੀ ਚਾਹੀਦੀ ਸੀ। ਪਰ ਫਿਰ ਵੀ ਕਈ ਲੋਕ ਇਸ ਗੱਲ ਦੇ ਉੱਤੇ ਤਰਕ ਦਿੰਦੇ ਆ ਕਿ ਇਹ ਗੱਲਾਂ ਜਿਹੜੀਆਂ ਬੜੀਆਂ ਜ਼ਰੂਰੀ ਆ। ਪਰ ਗੁਰਮਤਿ ਨੇ ਇਸ ਗੱਲ ਨੂੰ ਬਿਲਕੁਲ ਨਕਾਰਿਆ ਹੈ ਕਿ ਕਿਸੇ ਤਰ੍ਹਾਂ ਦੀ ਜਾਤ ਪਾਤ ਗੋਤ ਵਿਚਾਰੇ ਤੋਂ ਬਿਨਾਂ ਸਿੱਖ ਜਾਂ ਸਿੰਘਣੀ ਦਾ ਜਿਹੜਾ ਰਿਸ਼ਤਾ ਹੈ, ਜਿਹੜਾ ਵਿਆਹ ਹੈ, ਉਹ ਹੋਣਾ ਚਾਹੀਦਾ। ਇਹ ਵਿਸ਼ੇਸ਼ ਤੌਰ ਦੇ ਉੱਤੇ ਗੱਲ ਰੱਖਣੀ ਚਾਹੀਦੀ ਹੈ ਕਿ ਜਦੋਂ ਆਪਣੀ ਪੁੱਤਰੀ ਦਾ ਵਿਆਹ ਕਰਨਾ ਹੈ ਜਾਂ ਆਪਣੇ ਬੱਚੇ ਦਾ ਵਿਆਹ ਕਰਨਾ ਹੈ, ਉਹ ਪਰਿਵਾਰ ਚੰਗਾ ਦੇ ਕੇ ਕਿ ਜੋ ਤੁਹਾਡੇ ਨਾਲ ਚੰਗੀ ਰਿਸ਼ਤੇਦਾਰੀ ਜਿਹਨਾਂ ਦੀ ਬਣ ਸਕੇ, ਚੰਗਾ ਜਿਹੜਾ ਪਰਿਵਾਰ ਹੋਵੇ, ਮਤਲਬ ਅੰਮ੍ਰਿਤਧਾਰੀ ਹੋਣ ਤੇ ਅੰਮ੍ਰਿਤਧਾਰੀ ਤੇ ਚੰਗਾ ਪਰਿਵਾਰ ਹੋਵੇ। ਇਸ ਗੱਲ ਸਿੱਖੀ ਜਿਹੜੀ ਆ ਉਹ ਮੁੱਖ ਦੇਖੀ ਜਾਵੇ ਕਿ ਪਰਿਵਾਰ ਦੇ ਵਿੱਚ ਜਿਹੜੀ ਸਿੱਖੀ ਹੈ ਉਹ ਪਰਪੱਕ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਹ ਨਾ ਹੋਵੇ ਕਿ ਪਰਿਵਾਰ ਜਿਹੜਾ ਹੈ ਗੁਰਮਤਿ ਦੇ ਬਿਲਕੁਲ ਹੀ ਉਲਟ ਹੋਵੇ, ਕਬਰਾਂ ਨੂੰ ਪੂਜਣ ਵਾਲਾ ਹੋਵੇ ਜਾਂ ਦੇਵੀ ਦੇਵਤਿਆਂ ਨੂੰ ਪੂਜਣ ਵਾਲਾ ਹੋਵੇ ਜਾਂ ਹੋਰ ਪੱਥਰਾਂ ਦੀ ਪੂਜਾ ਕਰਨ ਵਾਲਾ ਹੋਵੇ। ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਕਿ ਜੇ ਬੱਚੀ ਜਾਂ ਬੱਚੇ ਦਾ ਨਾਤਾ ਕਰਨਾ ਹੈ, ਉਹ ਜਿਹੜਾ ਪਰਿਵਾਰ ਹੈ ਉਹ ਵੀ ਗੁਰਮਤਿ ਦਾ ਧਾਰਨੀ ਹੋਣਾ ਚਾਹੀਦਾ ਹੈ। ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜਾਤ ਪਾਤ ਗੋਤ ਵਿਚਾਰੇ ਤੋਂ ਹੋਣਾ ਚਾਹੀਦਾ ਹੈ। ਨੰਬਰ ਐੜਾ, ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ। ਹੁਣ ਇਹ ਬੜੀ ਜ਼ਰੂਰੀ ਗੱਲ ਹੈ ਕਿ ਜਿਹੜਾ ਸਿੱਖ ਲੜਕੀ ਹੈ ਉਹਦਾ ਵਿਆਹ ਇੱਕ ਸਿੱਖ ਦੇ ਨਾਲ ਹੀ ਹੋਣਾ ਚਾਹੀਦਾ ਹੈ। ਇਹਦੇ ਵਿੱਚ ਪਿੱਛੇ ਕਾਰਨ ਬੜਾ ਵੱਡਾ ਹੈ। ਜੇ ਵਿਚਾਰਿਆ ਜਾਵੇ ਕਿ ਜੋ ਪਰਿਵਾਰ ਗੁਰਮਤਿ ਦਾ ਧਾਰਨੀ ਹੋਵੇਗਾ, ਉਹੀ ਤੁਹਾਡੀ ਪੁੱਤਰੀ ਵੀ ਉਸ ਪਰਿਵਾਰ 'ਚ ਜਾ ਕੇ ਗੁਰਮਤਿ ਦੀ ਧਾਰਨੀ ਹੋਵੇਗੀ, ਉਹੀ ਸਿੱਖ ਰਹਿ ਸਕਦੀ ਹੈ। ਤੇ ਜੇ ਉਹ ਆਪਣੇ ਹੋਰ ਰੀਤੀ ਰਿਵਾਜਾਂ ਨੂੰ ਮੰਨਣ ਵਾਲਾ ਹੋਵੇਗਾ, ਜੇ ਪੀਰਾਂ ਨੂੰ ਪੂਜਣ ਵਾਲਾ ਹੋਵੇਗਾ ਜਾਂ ਪੱਥਰਾਂ ਨੂੰ ਪੂਜਣ ਵਾਲਾ ਹੋਵੇਗਾ, ਜੇ ਉਹਦੇ ਨਾਲ ਆਪ ਜੀ ਨਾਤਾ ਕਰ ਦੋਗੇ ਤੇ ਉਹਦੇ ਨਾਲ ਕੀ ਹੈ ਕਿ ਤੁਹਾਡੀ ਕੁੱਲ ਜਿਹੜੀ ਹੈ ਉਹ ਗਾਂ ਸਿੱਖੀ ਜਿਹੜੀ ਪ੍ਰਫੁੱਲਤ ਨਹੀਂ ਹੋਵੇਗੀ। ਕੁੱਲ ਦੇ ਵਿੱਚੋਂ ਜਿਹੜੀ ਸਿੱਖੀ ਖਤਮ ਹੋ ਜਾਵੇਗੀ। ਇੱਕ ਚਲੋ ਲੜਕੀ ਕਿਸੇ ਹੋਰ ਧਰਮੀ ਦੇ ਘਰ ਵਿਆਹੀ ਜਾ ਚਲੇਗੀ, ਅਨਮਤੀ ਦੇ ਘਰ ਚਲੇਗੀ ਵਿਆਹ ਕੇ, ਚਲੋ ਉਹ ਤੇ ਸਿੱਖ ਧਰਮ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੇਗੀ। ਪਰ ਗਾਂ ਉਹਦੇ ਆਉਣ ਵਾਲੇ ਬੱਚੇ, ਗਾਂ ਆਉਣ ਵਾਲੇ
उस लड़की का परिवार जिहड़ा है आने वाले समय दे विच उत्थे जिहड़ा है सिक्खी जिहड़ी वो कायम नहीं रह सकती। इस करके ये गल याद रखनी चाहिए है कि सिख दी पुत्री का जिहड़ा विआह है वो एक सिख नाल ही होवे तां कि दोवें परिवार सिक्खी दे धारनी होण ते गुरमत दे अनुसार ही अपना जीवन जिहड़ा है वो बतीत करन, अपने गुरु ते भरोसा रखन। नंबर ईड़ी सिख दा विआह आनंद रीति नाल करना चाहिए। हुण ये आनंद रीति की है जी? जो सतगुरां ने बख्शिश कीतियां, गुरु रामदास जी ने लावां दा पाठ बख्शिश कीता है, जो सूही राग दे विच है। हर पहलड़ी लाम बलराम प्रवृत्ति कर्म दृढ़ाया बलराम जी, बाणी ब्रह्मा वेद धर्म दृढ़ाया बलराम जी, धर्म दृढ़ो हर नाम ध्याओ। ये जो सतगुरां ने बख्शिश कीतियां ने चार लावां, ਇਹਦੇ ਅਨੁਸਾਰ ਹੀ ਸਿੱਖ ਦਾ ਆਨੰਦ ਕਾਰਜ ਜਿਹੜਾ ਹੋਵੇ, ਇਹਨੂੰ ਆਨੰਦ ਕਾਰਜ ਕਿਹਾ ਜਾਂਦਾ ਹੈ। ਆਨੰਦ ਕਾਰਜ, ਆਨੰਦ ਦੀ ਰੀਤੀ ਜਿਹੜੀ ਹੈ ਇਹ ਉਸ ਤਰੀਕੇ ਨਾਲ ਹੋਵੇ ਗੁਰਦੁਆਰੇ ਵਿੱਚ ਜਾ ਕੇ। ਉੱਥੇ ਆਪਾਂ ਨੂੰ ਪਤਾ ਹੀ ਹੈ ਕਿਵੇਂ ਗੁਰਦੁਆਰੇ ਜਾ ਕੇ ਆਪਾਂ ਆਨੰਦ ਕਾਰਜ ਗ੍ਰੰਥੀ ਸਿੰਘ ਆਨੰਦ ਪੜ੍ਹਦਾ ਹੈ ਤੇ ਰਾਗੀ ਸਿੰਘ ਕੀਰਤਨ ਕਰਦੇ ਆ ਤੇ ਫਿਰ ਜਿਵੇਂ ਅਰਦਾਸ ਹੁੰਦੀ ਹੈ ਇਹਦੇ ਬਾਰੇ ਆਪਾਂ ਨੂੰ ਪਤਾ ਹੈ। ਆਨੰਦ ਰੀਤੀ ਦੇ ਨਾਲ ਹੀ ਜਿਹੜਾ ਹੈ ਸਿੱਖ ਤੇ ਸਿੱਖ ਬੱਚਿਆਂ ਦਾ ਵਿਆਹ ਜਿਹੜਾ ਹੋਣਾ ਚਾਹੀਦਾ। ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਰਜਿਤ ਹੈ। ਲੜਕੀ ਤੇ ਲੜਕੇ ਦਾ ਵਿਆਹ ਬਚਪਨ ਵਿੱਚ ਨਹੀਂ ਕਰਨਾ ਚਾਹੀਦਾ, ਜਿਵੇਂ ਕਿਉਂਕਿ ਪੁਰਾਣੇ ਸਮਿਆਂ 'ਚ ਹੁੰਦਾ ਸੀ ਬਚਪਨ 'ਚ ਵਿਆਹ ਕਰ ਦਿੰਦੇ ਸੀ, ਫਿਰ ਉਸ ਤੋਂ ਬਾਅਦ ਮੁਕਲਾਵਾ ਜਵਾਨੀ ਵਿੱਚ ਲੈ ਜਾਂਦੇ ਸੀ। ਇਹ ਵੀ ਗੱਲ ਜਿਹੜੀ ਹੈ ਇਹਦੇ ਵੱਲ ਵੀ ਧਿਆਨ ਦੇਣ ਯੋਗ ਹੈ ਕਿ ਬਚਪਨ ਦੇ ਵਿੱਚ ਵਿਆਹ ਕਰਨਾ ਜਿਹੜਾ ਹੈ ਉਹ ਵਰਜਿਤ ਹੈ। ਚੰਗੀ ਪੜ੍ਹਾਈ, ਚੰਗੀ ਵਿਦਿਆ ਬੱਚੇ ਨੂੰ ਕਰਾ ਕੇ ਚੰਗਾ ਉਹਨੂੰ ਇੱਕ ਆਦਰਸ਼ ਸਿੱਖਿਆ ਦੇ ਕੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। ਹਾਂ। ਜਦ ਲੜਕੀ ਸਰੀਰ ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਾਂ ਕਿਸੇ ਯੋਗ ਸਿੱਖ ਨਾਲ ਆਨੰਦ ਪੜ੍ਹਾਇਆ ਜਾਵੇ। ਜਦੋਂ ਲੜਕੀ ਸਰੀਰ ਕਰਕੇ ਜਵਾਨ ਹੋ ਜਾਵੇ, ਮਨ ਕਰਕੇ ਬਲਵਾਨ ਹੋ ਜਾਵੇ, ਮਨ ਕਰਕੇ ਸ਼ਾਦੀ ਦੇ ਯੋਗ ਹੋ ਜਾਵੇ, ਵਿਆਹ ਦੇ ਯੋਗ ਹੋ ਜਾਵੇ, ਆਚਰਣ ਕਰਕੇ ਜਿਹੜਾ ਹੈ ਵਿਆਹ ਦੇ ਯੋਗ ਹੋ ਜਾਵੇ ਤੇ ਫਿਰ ਉਹਦਾ ਕੋਈ ਯੋਗ ਸਿੱਖ ਲੱਭ ਕੇ ਉਹਦੇ ਨਾਲ ਆਨੰਦ ਪੜ੍ਹਾ ਦਿੱਤੇ ਜਾਣ। ਇਹ ਮਰਿਆਦਾ ਹੈ। ਬਚਪਨ 'ਚ ਵਿਆਹ ਨਹੀਂ ਕਰਨਾ। ਜਦੋਂ ਲੜਕੀ ਦੀ ਉਮਰ ਜਿਹੜੀ ਹੈ ਵਿਆਹ ਵਾਲੀ ਹੋ ਜਾਵੇ ਉਦੋਂ ਉਹਦਾ ਆਨੰਦ ਪੜ੍ਹਾਇਆ ਜਾਵੇ, ਬਚਪਨ ਵਿੱਚ ਨਹੀਂ। ਸਰੀਰਕ ਤੌਰ ਤੇ, ਮਨ ਦੇ ਤੌਰ ਤੇ ਉਹਨੂੰ ਮਨ ਦੇ ਤੌਰ ਤੇ ਹੋਣਾ ਚਾਹੀਦਾ। ਬੱਚੀ ਦੀ ਇਹ ਰਾਏ ਲੈਣੀ ਚਾਹੀਦੀ ਕਿ ਪੁੱਤਰ ਹੁਣ ਆਪ ਜੀ ਯੋਗ ਹੋ ਚੁੱਕੇ ਹੋ ਸਰੀਰ ਕਰਕੇ ਤੇ ਆਪ ਜੀ ਦਾ ਮਨ ਕੀ ਹੈ, ਤੇ ਜੇ ਲੜਕੀ ਹਾਂ ਕਰਦੀ ਹੈ ਤੇ ਫਿਰ ਉਹਦਾ ਆਨੰਦ ਜਿਹੜਾ ਪੜ੍ਹਾਇਆ ਜਾਵੇ। ਆਚਾਰ ਤੌਰ ਤੇ ਸਰੀਰਕ ਵਿਵਹਾਰ ਜਿਹੜਾ ਹੈ ਉਹਦਾ ਜੇ ਉਹਦੇ ਤੌਰ ਤੇ ਉਹ ਤਿਆਰ ਹੈ ਤੇ ਫਿਰ ਉਹਦਾ ਵਿਆਹ ਜਿਹੜਾ ਹੈ ਕਰ ਦੇਣਾ ਚਾਹੀਦਾ ਹੈ। ਕੱਕਾ, ਆਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾਂ ਸੋਧ ਕੇ ਇੱਕ ਕਿਰਪਾਨ, ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ। ਹੁਣ ਕੁੜਮਾਈ ਦੀ ਰਸਮ ਹੁੰਦੀ ਹੈ ਜਿਵੇਂ ਸ਼ਗਨ ਲਾਉਣਾ, ਤੇ ਪੰਥ ਨੇ ਕਿਹਾ ਹੈ ਕਿ ਇਹ ਕੋਈ ਜ਼ਰੂਰੀ ਰਸਮ ਨਹੀਂ ਆ। ਦੋਵੇਂ ਪਰਿਵਾਰ ਆਪਸ 'ਚ ਮਿਲ ਕੇ ਬੈਠ ਕੇ ਵਿਆਹ ਦਾ ਇੱਕ ਦਿਨ ਨਿਯਤ ਕਰਕੇ ਉਸ ਦਿਨ ਵਿਆਹ ਜਿਹੜਾ ਹੈ ਉਹ ਕਰ ਸਕਦੇ ਆ। ਕਿਸੇ ਦਿਨ ਜਿੱਦਣ ਉਹਨਾਂ ਦਾ ਲੱਗੇ ਕਿ ਹਾਂ ਅਸੀਂ ਅੱਜ ਇਕੱਠੇ ਹੋਏ ਆ, ਅੱਜ ਅਸੀਂ ਫ੍ਰੀ ਆ, ਉਸ ਦਿਨ ਇੱਕ ਸਮਾਂ ਨਿਯਤ ਕਰ ਲੈਣ ਕਿ ਇਸ ਦਿਨ ਜਿਹੜਾ ਹੈ ਬੱਚੇ ਦੀ ਜਾਂ ਬੱਚੀ ਦਾ ਅਸੀਂ ਆਨੰਦ ਕਾਰਜ ਜਿਹੜਾ ਕਰਵਾਉਣਾ ਤੇ ਉਸ ਦਿਨ ਦੋਵੇਂ ਪਰਿਵਾਰ ਰਲ ਕੇ ਇੱਕ ਵਿਸ਼ੇਸ਼ ਦਿਨ ਜਿਹੜਾ ਚੁਣ ਕੇ ਤੇ ਉਸ ਦਿਨ ਲੜਕੀ ਤੇ ਲੜਕੇ ਦਾ ਆਨੰਦ ਕਾਰਜ ਕਰ ਦੇਣ। ਤੇ ਪਰ ਜੇ ਫਿਰ ਵੀ ਕੁੜਮਾਈ ਦੀ ਜਾਂ ਸ਼ਗਨ ਦੀ ਰਸਮ ਕਰਨੀ ਆ ਤੇ ਇੱਕ ਬੜਾ ਸੌਖਾ ਤਰੀਕਾ ਪੰਥ ਨੇ ਦੱਸਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਰਦਾਸਾਂ ਕਰਕੇ ਤੇ ਲੜਕੇ ਨੂੰ ਕਿਰਪਾਨ, ਕੜਾ ਤੇ ਕੁਝ ਮਿੱਠਾ ਜਿਹੜਾ ਭੇਟਾ ਕਰ ਦਿੱਤਾ ਜਾਵੇ, ਜਿਹਦੇ ਨਾਲ ਲੜਕੀ ਤੇ ਲੜਕਾ ਦੋਵਾਂ ਦਾ ਜਿਹੜੀ ਅਰਦਾਸ ਗੁਰੂ ਸਾਹਿਬ ਦੇ ਹਜ਼ੂਰ ਜਿਹੜਾ ਉਹ ਕਰ ਦਿੱਤਾ ਜਾਵੇ। ਇਸ ਤਰ੍ਹਾਂ ਆਪ ਜੀ ਦਾ ਰਸਮ ਨਿਭਾ ਸਕਦੇ ਹੋ। ਵੈਸੇ ਜ਼ਰੂਰੀ ਨਹੀਂ, ਪਰ ਜੇ ਕਰਨੀ ਚਾਹੋ ਤਾਂ। ਉਸ ਤੋਂ ਅੱਗੇ ਆ ਜਾਓ ਜੀ। ਖੱਖਾ ਨੰਬਰ, ਆਨੰਦ ਦਾ ਦਿਨ ਮੁਕਰਰ ਕਰ ਲੱਗਿਆਂ ਕੋਈ ਥਿਤ ਵਾਰ ਚੰਗੇ ਮੰਦੇ ਦਿਨ ਦੀ ਖੋਜ ਕਰਨ ਲਈ ਪੱਤਰੀ ਵਾਚਣਾ ਮਨਮਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰਕੇ ਚੰਗਾ ਦਿਸੇ ਨਿਯਤ ਕਰ ਲੈਣਾ ਚਾਹੀਏ। ਹੁਣ ਆਨੰਦ ਕਾਰਜ ਦੇ ਵੇਲੇ ਬ੍ਰਾਹਮਣ ਲੋਕ ਕੀ ਕਰਦੇ ਸਨ
ਕਿ ਕਿਸੇ ਨੂੰ ਕਹਿ ਦਿੱਤਾ ਤੁਹਾਡਾ ਸ਼ੁਭ ਮਹੂਰਤ ਜਿਹੜਾ ਰਾਤ 9 ਵਜੇ ਦਾ ਹੈ, ਉਹ ਫਿਰ ਰਾਤ ਨੂੰ 9 ਵਜੇ ਲਾਵਾਂ ਲੈਂਦੇ ਆ। ਤੇ ਜੇ ਕਿਸੇ ਦਾ ਦਿਨ ਵੇਲੇ ਦਾ ਹੈ ਤੇ ਉਹ ਫਿਰ ਸਵਖਤੇ ਕਹਿੰਦੇ ਕਿ ਇਸ ਵੇਲੇ ਤੁਹਾਡੀਆਂ ਜਿਹੜੀਆਂ ਉਹ ਲਾਵਾਂ ਫੇਰੇ ਹੋ ਜਾਣੇ ਚਾਹੀਦੇ ਆ। ਤੇ ਉਹ ਫਿਰ ਇਸ ਤਰ੍ਹਾਂ ਕਰਕੇ ਤੇ ਉਹ ਲਾਵਾਂ ਫੇਰੇ ਕਰਦੇ ਆ। ਪਰ ਇੱਥੇ ਪੰਥ ਨੇ ਗੱਲ ਕੀਤੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਥਿੱਤ, ਕੋਈ ਵਾਰ ਜਿਹੜਾ ਹੈ ਉਹਨੂੰ ਨਹੀਂ ਮੰਨਣਾ। ਕੋਈ ਥਿੱਤ ਵਾਰ ਚੰਗੇ ਤੇ ਮੰਦੇ ਦੀ ਦਿਨ ਦੀ ਜਿਹੜੀ ਗੱਲ ਹੈ ਉਹ ਨਹੀਂ, ਕਿਉਂਕਿ ਸਤਿਗੁਰਾਂ ਦੀ ਗੁਰਬਾਣੀ ਦਾ ਪ੍ਰਮਾਣ ਹੈ ਥਿੱਤ ਵਾਰ ਸੇਵੈ ਮੂਰਖ ਗਵਾਰ। ਥਿੱਤੇ ਤੇ ਵਾਰਾਂ ਦੀ ਜਿਹੜੀ ਹੈ ਉਹ ਗੱਲ ਮੂਰਖ ਲੋਕ ਕਰਿਆ ਕਰਦੇ ਆ, ਗੁਰਸਿੱਖ ਇਹਨਾਂ ਵੱਲ ਨਹੀਂ ਜਾਂਦੇ। ਕਿਉਂਕਿ ਥਿੱਤ ਵਾਰ ਦਾ ਜਦੋਂ ਪਤਾ ਹੀ ਨਹੀਂ ਕਿਸ ਵੇਲੇ ਸੰਸਾਰ ਬਣਿਆ, ਕਦੋਂ ਤੋਂ ਬਣਿਆ। ਜਦੋਂ ਥਿੱਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ, ਜਪਜੀ ਸਾਹਿਬ 'ਚ ਸਤਿਗੁਰਾਂ ਨੇ ਕਹਿ ਦਿੱਤਾ, ਤੇ ਫਿਰ ਅਸੀਂ ਕੌਣ ਹੁੰਦੇ ਆ ਜਾਣਨ ਵਾਸਤੇ ਕਿ ਚੰਗਾ ਸਮਾਂ ਕਿਹੜਾ ਹੈ ਤੇ ਮਾੜਾ ਸਮਾਂ ਕਿਹੜਾ ਹੈ। ਇਸ ਕਰਕੇ ਕੋਈ ਇੱਕ ਦਿਨ ਜਿਹੜਾ ਮੁਕਰਰ ਪੱਕਾ ਕਰ ਲਿਆ ਜਾਵੇ, ਜਿਸ ਦਿਨ ਸਾਰੇ ਰਿਸ਼ਤੇਦਾਰ ਇਕੱਠੇ ਹੋ ਸਕਣ, ਜਿਸ ਦਿਨ ਸਾਰੇ ਸਖੀ ਸੰਬੰਧੀ ਇਕੱਠੇ ਹੋ ਸਕਣ, ਤੇ ਉਸ ਦਿਨ ਨੂੰ ਪੱਕਾ ਕਰਕੇ ਦੋਵੇਂ ਪਰਿਵਾਰ ਆਪਸ ਦੇ ਵਿੱਚ ਚੰਗੇ ਮੰਦੇ ਦਿਨ ਦੀ ਕੋਈ ਹੈ ਵਿਚਾਰ ਨਾ ਕਰਨ, ਤੇ ਉਸ ਦਿਨ ਨਿਯਤ ਕਰਕੇ ਤੇ ਆਨੰਦ ਜਿਹੜੇ ਆ ਉਹ ਕਰ ਦੇਣ। ਦੋਵਾਂ ਧਿਰਾਂ ਸਲਾਹ ਕਰਕੇ ਆਨੰਦ ਕਾਰਜ ਜਿਹੜਾ ਹੈ ਬੱਚੇ ਦਾ ਕਰ ਦੇਣ। ਉਸ ਤੋਂ ਬਾਅਦ ਨੰਬਰ ਗੱਗਾ, ਸਿਹਰਾ ਮੁਕਟ ਜਾਂ ਗਾਨਾ ਬੰਨਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ, ਰੁੱਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਵੇਦੀ ਕੱਢਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮਤ ਹੈ। ਇਹ ਸਾਨੂੰ ਹੁਣ ਦੇਖਣਾ ਪਏਗਾ ਸਾਡੇ ਪੰਥ ਨੇ ਕੀ ਕਿਹਾ ਤੇ ਅਸੀਂ ਇਹਨਾਂ ਕਿੰਨਾਂ ਗੱਲਾਂ ਦੇ ਵਿੱਚ ਜਿਹੜਾ ਹੈ ਵਿਸ਼ਵਾਸ ਕਰਦੇ ਹਾਂ। ਪੰਥ ਨੇ ਗੱਲ ਕਹੀ ਹੈ ਕਿ ਸਿਹਰਾ ਜਿਹੜਾ ਹੈ ਉਹ ਨਹੀਂ ਬੰਨਣਾ, ਜਦ ਕਿ ਸਿਹਰਾ ਬੰਨ ਕੇ ਹੀ ਬਰਾਤ ਜਿਹੜੀ ਢੁੱਕਦੀ ਹੈ। ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਤੋਂ ਬਾਹਰ ਹੀ ਸਿਹਰਾ ਲਵਾ ਦਿੰਦੇ ਆ, ਜਿਹੜੇ ਗੁਰਮਤਿ ਦੇ ਧਾਰਮਿਕ ਗ੍ਰੰਥੀ ਸਿੰਘ ਹੁੰਦੇ ਆ। ਪਰ ਫਿਰ ਵੀ ਜ਼ਿਆਦਾਤਰ ਜਿਹੜੇ ਹੈ ਲੋਕ ਸਿਹਰਾ ਬੰਨ ਕੇ ਲੈ ਕੇ ਜਾਂਦੇ ਆ। ਪੰਥ ਨੇ ਗੱਲ ਕਹੀ ਹੈ ਕਿ ਸਿਹਰਾ ਨਹੀਂ ਬਣ ਕੇ ਜਾਣਾ, ਕਿਉਂਕਿ ਜਦੋਂ ਘੁੰਡ ਦੀ ਚਿਹਰਾ ਢੱਕਣ ਦੀ ਮਰਿਆਦਾ ਹੀ ਨਹੀਂ ਹੈ ਪੰਥ ਦੇ ਵਿੱਚ, ਤੇ ਫਿਰ ਸਿਹਰਾ ਕਿਸ ਵਾਸਤੇ ਬੰਨਣਾ। ਸਿਹਰਾ ਨਹੀਂ ਬੰਨਣਾ, ਮੁਕਟ ਜਾਂ ਗਾਨਾ ਨਹੀਂ ਬੰਨਣਾ, ਕਿਸੇ ਤਰ੍ਹਾਂ ਦਾ ਸਿਰ ਤੇ ਮੁਕਟ ਨਹੀਂ ਪਾਉਣਾ। ਉੱਥੇ ਪਗੜੀ ਬੰਨਣ ਦੀ ਜਿਹੜੀ ਗੱਲ ਕਹੀ ਹੈ ਕਿ ਦੇਖਣੇ ਪੱਗ ਬੰਨ ਕੇ ਹੀ ਢੁਕਣਾ ਹੈ, ਚੰਗੀ ਸੋਹਣੀ ਪੱਗ ਬੰਨ ਕੇ ਜਾਣਾ ਹੈ, ਪਰ ਇਹ ਨਹੀਂ ਕਿ ਉੱਥੇ ਕੋਈ ਮੁਕਟ ਜਿਹੜਾ ਪਾਇਆ ਜਾਵੇ। ਤੇ ਗਾਨਾ ਬੰਨਣਾ, ਕੋਈ ਧਾਗਾ ਜਿਹੜਾ ਹੁੰਦਾ ਹੈ ਉਹ ਬੰਨਣਾ ਗੁੱਟ ਦੇ ਉੱਤੇ, ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਸਾਏ ਵੱਜਾ ਤੇ ਗੁੱਟ ਦੇ ਉੱਤੇ ਧਾਗਾ ਬੰਨ ਦਿੰਦੇ ਆ, ਫਿਰ ਕਹਿੰਦੇ ਤੂੰ ਬਾਹਰ ਨਹੀਂ ਜਾਣਾ ਪੁੱਤਰ। ਉਹ ਫਿਰ ਬੱਚਾ ਧਿਆਨ 'ਚ ਹੀ ਰਹਿੰਦਾ ਵੀ ਮੈਂ ਹੁਣ ਮੇਰਾ ਵਿਆਹ ਤੇ ਮੈਂ ਘਰ ਦੇ ਕੰਮ ਕਰਾਂ ਕਿ ਨਾ ਕਰਾਂ, ਉਹ ਵਿਚਾਰਾ ਵਹਿੰਦਾ ਰਹਿੰਦਾ ਕਰਾਂ ਕਿਹੜੇ ਪਾਸੇ ਜਾਵਾਂ। ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ, ਕਿਉਂਕਿ ਚੰਗਾ ਮੰਦਾ ਜਿਹੜਾ ਹੈ ਉਹ ਅਕਾਲ ਪੁਰਖ ਦੇ ਭਾਣੇ ਵਿੱਚ ਹੈ। ਸਿਹਰਾ, ਮੁਕਟ ਜਾਂ ਗਾਨਾ ਬੰਨਣਾ, ਪਿੱਤਰ ਪੂਜਣੇ, ਕਈ ਲੋਕ ਪਿੱਤਰ ਪੂਜਦੇ ਆ ਇਸ ਦਿਨ, ਪਿੱਤਰਾਂ ਨੂੰ ਯਾਦ ਕਰਦੇ ਆ ਕਿ ਮਤਲਬ ਵੱਡ ਵਡੇਰਿਆਂ ਦੀਆਂ ਵਾਰਾਂ ਗਾ ਕੇ ਕਿ ਤੇਰਾ ਪੋਤਰਾ, ਤੇਰਾ ਪੜਦਾਦਾ ਬੜਾ ਮਹਾਨ ਸੀ, ਉਹਦਾ ਤੂੰ ਪੋਤਰਾ ਹੈ, ਤੂੰ ਘੋੜੀ ਚੜ੍ਹ ਲੱਗਾ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਉਹਨਾਂ ਨੂੰ ਉਹ ਵੀ ਜਿਹੜਾ ਕਾਰਜ ਉਹ ਨਹੀਂ ਕਰਨੇ ਪਿੱਤਰ ਪੂਜਣ ਵਾਲੇ। ਕੱਚੀ ਲੱਸੀ ਵਿੱਚ ਪੈਰ ਪਾਉਣਾ, ਇਹ ਕੁਝ ਜਦੋਂ ਬੱਚੀ ਵਿਆਹ ਕੇ ਆਉਂਦੀ ਹੈ ਉਹ ਕੱਚੀ ਲੱਸੀ 'ਚ ਪੈਰ ਪਾਉਂਦੀ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਮਨਮਰਦੀਆਂ ਗੱਲਾਂ ਉਹ ਨਹੀਂ ਕਰਨੀਆਂ। ਬੇਰੀ ਜਾਂ ਜੰਡੀ ਵੱਢਣੀ, ਬੇਰੀ ਵੱਢਣੀ ਵੀ ਹੁੰਦੀ ਹੈ ਜਦੋਂ ਜਾਂਦੇ ਆ ਗੁਰਦੁਆਰਾ ਸਾਹਿਬ ਜਾਣ ਲੱਗੇ ਆ, ਉਸ ਤੋਂ ਵਿਆਹ ਕਰਕੇ ਲੈ ਕੇ ਆਉਂਦੇ ਆ ਲੜਕੀ ਨੂੰ। ਫਿਰ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ, ਜ਼ਿਆਦਾਤਰ ਤੇ ਵਡੇਰਿਆਂ ਦੇ ਮੱਥਾ ਟੇਕਣ ਜਾਂਦੇ, ਉਹ ਵੀ ਜਿਹੜੀ ਹੈ ਵਿਆਹ ਤੋਂ ਬਾਅਦ ਜਿਹੜਾ ਹੈ ਉਹ ਮਰਿਆਦਾ ਨਹੀਂ ਹੈ। ਪਹਿਲੀ ਗੱਲ ਤੇ ਕਿਸੇ ਜਠੇਰਿਆਂ ਦੇ ਪਿੱਤਰਾਂ ਦੇ ਉੱਤੇ ਜਾਣਾ ਉਹ ਮਰਿਆਦਾ ਨਹੀਂ ਹੈ, ਕਿਉਂਕਿ ਉੱਥੇ ਜਾ ਕੇ ਉਹਨਾਂ ਨੂੰ ਪੂਜਦੇ ਆ ਕਿ ਇਹ ਸਾਡੇ ਵਡੇਰੇ ਆ, ਜਠੇਰੇ ਜਿਹਨਾਂ ਨੂੰ ਕਹਿ ਦਿੰਦੇ ਆ। ਉੱਥੇ ਜਾ ਕੇ ਉਹਨਾਂ ਨੂੰ ਪੂਜਦੇ ਆ, ਤੇ ਇਹ ਵੀ ਜਿਹੜਾ ਕਾਰਜ ਮਨਮੱਤ ਹੈ। ਪਿੱਤਰਾਂ ਨੂੰ ਪੂਜਣਾ ਜਾ ਕੇ, ਵਡੇਰਿਆਂ ਨੂੰ ਕਿ ਸਾਡੇ ਜਠੇਰੇ ਆ, ਜਿੱਥੇ ਜਾ ਕੇ ਲੋਕੀ ਕੋਈ ਕਿਸੇ ਨੇ ਨਿੱਕਾ ਜਿਹਾ ਬਣਾਇਆ ਹੁੰਦਾ ਹੈ, ਜਠੇਰਿਆਂ ਦੀ ਜਗ੍ਹਾ ਬਣਾਈ ਹੁੰਦੀ ਆ, ਉੱਥੇ ਜਾ ਕੇ ਮੱਥਾ ਟੇਕਦੇ ਆ ਤੇ ਫੇਰੇ ਲੈਂਦੇ ਆ। ਉਹ ਜਿਹੜੀ ਗੱਲ ਹੈ ਇੱਥੇ ਪੰਥ ਨੇ ਮਨਾਹੀ ਕੀਤੀ ਹੈ ਕਿ ਕਿਸੇ ਤਰ੍ਹਾਂ ਦੇ ਕੋਈ ਗਾਉਣ ਉਹਨਾਂ ਦਾ ਨਹੀਂ ਗਾਉਣਾ, ਕਿਸੇ ਤਰ੍ਹਾਂ ਜਾ ਕੇ ਵਿਆਹ ਤੋਂ ਬਾਅਦ ਉਹਨਾਂ ਪਿੱਤਰਾਂ ਨੂੰ ਨਹੀਂ ਪੂਜਣਾ, ਉਹਨਾਂ ਦੇ ਫੇਰੇ ਜਿਹੜੇ ਲੈਂਦੇ ਆ ਉਹ ਨਹੀਂ ਲੈਣੇ। ਫਿਰ ਉਸ ਤੋਂ ਬਾਅਦ ਬੇਰੀ ਜਾਂ ਜੰਡ, ਫਿਰ ਉਸ ਦਿਨ ਕੋਈ ਬੇਰੀ ਰਸਤੇ 'ਚ ਆਉਂਦੀ ਉਹਨੂੰ ਵੱਢਦੇ ਆ ਕਿਰਪਾਨ ਨਾਲ, ਉਹ ਵੀ ਜਿਹੜਾ ਹੈ ਕਾਰਜ ਮਨਮੱਤ ਹੈ, ਉਹਦੇ ਵੱਲ ਵੀ ਨਹੀਂ ਜਾਣਾ। ਫਿਰ ਭੜੋਲੀ ਭਰਨੀ, ਰੁੱਸ ਕੇ ਜਾਣਾ, ਇਹ ਜਿਹੜੇ ਆਮ ਹੀ
ਜਿਹੜੇ ਸ਼ੋਸ਼ੇ ਵਾਲੇ ਲੋਕ ਹੁੰਦੇ ਆ ਇਸ ਤਰ੍ਹਾਂ ਕਰਦੇ ਆ, ਇਸ ਤਰ੍ਹਾਂ ਨਹੀਂ ਕਰਨਾ। ਰੁੱਸ ਕੇ ਜਾਣਾ ਤੇ ਫਿਰ ਛੰਦ ਪੜ੍ਹਨੇ, ਜਿਹੜੇ ਛੰਦ ਪੜ੍ਹਦੇ ਆ ਜੋ ਬਿਲਕੁਲ ਹੀ ਗੁਰਮਤਿ ਦੇ ਉਲਟ ਹੁੰਦੇ ਆ, ਉਹ ਵੀ ਕਾਰਜ ਜਿਹੜਾ ਹੈ ਨਹੀਂ ਕਰਨਾ। ਕਿਸੇ ਤਰ੍ਹਾਂ ਦੇ ਕੋਈ ਛੰਦ ਨਹੀਂ ਪੜ੍ਹਨੇ ਚਾਹੀਦੇ। ਹਵਨ ਕਰਨਾ, ਕੋਈ ਵਿਸ਼ੇਸ਼ ਹਵਨ ਵੀ ਨਹੀਂ ਸਿੱਖ ਨੇ ਕਰਨਾ। ਜਦੋਂ ਵਿਆਹ ਤੋਂ ਬਾਅਦ ਇਹ ਵੇਦੀ ਕੱਢਣੀ, ਕੋਈ ਮੋੜੀ ਕੱਢਣੀ ਜਿਹੜੀ ਹੁੰਦੀ ਆ, ਉਹ ਵੀ ਨਹੀਂ ਕੱਢਣੀ ਵਿਸ਼ੇਸ਼ ਤੌਰ ਤੇ ਕਿ ਸਾਡੇ ਘਰ ਦੀ ਜੜ ਲੱਗ ਗਈ, ਇਸ ਤਰ੍ਹਾਂ ਕਰਕੇ ਲੋਕੀ ਵੇਦੀ ਕੱਢਦੇ ਆ, ਉਹ ਨਹੀਂ ਕੱਢਣੀ। ਫਿਰ ਉਸ ਤੋਂ ਬਾਅਦ ਵੇਸਵਾ ਦਾ ਨਾਚ, ਜਿਵੇਂ ਅੱਜ ਕੱਲ੍ਹ ਜਿਨ੍ਹਾਂ ਨੂੰ ਨਵੀਂ ਬੋਲੀ ਦੇ ਵਿੱਚ ਆਰਕੈਸਟਰਾ ਕਹਿ ਦਿੰਦੇ ਆ, ਨੱਚਣ ਗਾਉਣ ਵਾਲੀਆਂ, ਵੇਖੋ ਪੰਥ ਨੇ ਉਸ ਸਮੇਂ ਹੀ ਲਿਖ ਦਿੱਤਾ ਕੋਈ ਵੇਸ਼ਵਾ ਦਾ ਨਾਚ ਵਿਆਹ ਦੇ ਉੱਤੇ ਨਹੀਂ ਹੋਣਾ ਚਾਹੀਦਾ। ਤੇ ਸ਼ਰਾਬ ਦਾ ਜਿਹੜਾ ਸੇਵਨ ਹੈ ਉਸ ਸਮੇਂ ਇਹਨੂੰ ਮਨਮਤ ਗਿਣਿਆ ਜਾਂਦਾ। ਤੇ ਜ਼ਿਆਦਾਤਰ ਵੇਖਿਆ ਜਾਂਦਾ ਕਿ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਤੇ ਉਦੋਂ ਫਿਰ ਸਾਡੇ ਕੀ ਕਰਦੇ ਆ ਕਿ ਚਿੱਟੀਆਂ ਦਾੜੀਆਂ ਵਾਲੇ ਜਿਹੜੇ ਮਨੁੱਖ ਹੁੰਦੇ ਆ, ਉਹ ਵੀ ਉਹਨਾਂ ਵੇਸ਼ਵਾਵਾਂ ਆਪਣੀਆਂ ਧੀਆਂ ਵਰਗੀਆਂ ਉਹਨਾਂ ਕੁੜੀਆਂ ਦੀਆਂ ਬਾਹਾਂ ਫੜ ਕੇ ਸ਼ਰਾਬ ਪੀਤੀ ਹੁੰਦੀ ਹੈ, ਕੁਝ ਪਤਾ ਨਹੀਂ ਲੱਗਦਾ। ਤੇ ਆਪਣੇ ਪਰਿਵਾਰ ਦੀਆਂ ਧੀਆਂ ਦੇ ਸਾਹਮਣੇ ਉਹਨਾਂ ਬਗਾਨੀਆਂ ਧੀਆਂ ਦੀਆਂ ਬਾਹਾਂ ਫੜ ਕੇ ਨੱਚਦੇ ਆ। ਤੇ ਅਸਲ 'ਚ ਇਹਨੂੰ ਕਹਿੰਦੇ ਆ ਜੀ ਅਸੀਂ ਬੜੀ ਖੁਸ਼ੀ ਮਨਾ ਰਹੇ ਹਾਂ, ਅਸੀਂ ਕਲਚਰ ਜਿਹੜਾ ਹੈ ਉਹ ਪੇਸ਼ ਕਰ ਰਹੇ ਹਾਂ। ਇਹ ਕਿਸ ਤਰ੍ਹਾਂ ਦਾ ਕਲਚਰ ਹੋਇਆ, ਇਹ ਕਿਸ ਤਰ੍ਹਾਂ ਦਾ ਜਿਹੜਾ ਸੱਭਿਆਚਾਰ ਹੋਇਆ। ਇਸ ਕਰਕੇ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਹੈ ਕਿ ਜੇ ਅਸੀਂ ਲੋਕਾਂ ਦੇ ਪਿੱਛੇ ਲੱਗ ਕੇ ਇਹੋ ਜਿਹੇ ਕਾਰਜ ਕਰਨ ਲੱਗ ਪਏ ਤੇ ਜੇ ਗੁਰੂ ਦੀ ਗੱਲ ਨਾ ਮੰਨੀ ਤੇ ਸਾਡਾ ਕਿਵੇਂ ਭਲਾ ਹੋਵੇਗਾ। ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਵੇਸਵਾ ਦਾ ਨਾਚ, ਜਿਹੜੀ ਆਰਕੈਸਟਰਾ ਵਾਲੀ ਜਿਹੜੇ ਕਾਰਜ ਆ ਉਹ ਨਹੀਂ ਕਰਨੇ। ਤੇ ਫਿਰ ਉਸ ਤੋਂ ਬਾਅਦ ਜਿਹੜਾ ਸ਼ਰਾਬ ਵਗੈਰਾ ਪੀਣਾ ਉਹ ਮਨਮਤ ਹੈ, ਉਹ ਕਾਰਜ ਜਿਹੜਾ ਵਿਆਹ ਦੇ ਉੱਤੇ ਨਹੀਂ ਹੋਣਾ ਚਾਹੀਦਾ। ਜਦੋਂ ਗੁਰਦੁਆਰੇ ਜਾਣਾ ਹੁੰਦਾ ਹੈ ਉਦੋਂ ਰਾਗੀ ਸਿੰਘ ਨੂੰ ਕਹਿੰਦੇ ਵੀ ਜਲਦੀ ਜਲਦੀ ਤੂੰ ਇੰਝ ਕਰ ਭਾਈ, ਲਾਵਾਂ ਦਾ ਪਾਠ ਜਲਦੀ ਜਲਦੀ ਕਰ ਦੇ, ਅਸੀਂ ਮਿੰਟੋ ਮਿੰਟ ਕਰਕੇ ਤੇ ਜਿਹੜਾ ਪੈਲਸ ਵਿੱਚ ਜਾਣਾ ਹੈ। ਤੇ ਉਹ ਰਾਗੀ ਸਿੰਘ ਨੂੰ ਵਿਚਾਰੇ ਨੂੰ ਜਲਦੀ ਜਲਦੀ ਲਾਵਾਂ ਪੜ੍ਹਨੀਆਂ ਪੈਂਦੀਆਂ, ਗਾਉਣੀਆਂ ਪੈਂਦੀਆਂ। ਪਾਠੀ ਸਿੰਘ ਨੂੰ ਕਿਹਾ ਜਾਂਦਾ ਹੈ ਕਿ ਬਸ ਤੁਸੀਂ ਵੱਧ ਤੋਂ ਵੱਧ 20 ਮਿੰਟ ਲੈਣੇ ਆ। ਤੇ ਜਿਹੜਾ ਕਾਰਜ ਸਭ ਤੋਂ ਜ਼ਰੂਰੀ ਹੁੰਦਾ ਹੈ, ਉਸ ਕਾਰਜ ਵਾਸਤੇ ਗ੍ਰੰਥੀ ਸਿੰਘ ਨੂੰ, ਰਾਗੀ ਸਿੰਘ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ 15 ਤੋਂ 20 ਮਿੰਟ ਲੈਣੇ ਬਸ। ਤੇ ਜਦੋਂ ਉੱਥੇ ਨੱਚਣ ਦਾ ਵੇਲਾ ਆਉਂਦਾ ਹੈ ਉਦੋਂ ਫਿਰ ਉੱਥੇ ਸ਼ਰਾਬਾਂ ਪੀ ਕੇ ਨੱਚਣਾ, ਉਦੋਂ ਫਿਰ ਭਾਵੇਂ ਸ਼ਾਮਾਂ ਪੈ ਜਾਣ ਉਹਦੇ ਵੱਲ ਨਹੀਂ ਲੋਕ ਵੇਖਦੇ। ਇਹ ਸਾਡੀ ਤਰਾਸਦੀ ਹੈ, ਇਹ ਸੱਚ ਹੈ, ਹੁੰਦਾ ਇਸ ਤਰ੍ਹਾਂ ਹੀ। ਰਾਗੀ ਸਿੰਘ ਦੇ ਅੱਗੇ ਪੈਸੇ ਲੱਗਣ ਲੱਗਿਆਂ ਵੀ ਧਿਆਨ ਦਿੰਦੇ ਆ ਵੀ ਕਿਤੇ ਜ਼ਿਆਦਾ ਨਾ ਰੱਖੇ ਜਾਣ। ਜੇ ਉਹਨੇ 11,000 ਮੰਗ ਲਿਆ ਫਿਰ ਕਹਿਣਾ ਤੈਨੂੰ ਕੀ ਲੋੜ ਹੈ ਇੰਨੇ ਪੈਸਿਆਂ ਦੀ, ਤੂੰ ਗੁਰੂ ਘਰ ਦਾ ਵਜ਼ੀਰ ਹੋ, ਕਿੰਨੇ ਪੈਸੇ ਮੰਗਦਾ। ਜੇ ਉਹਨੇ ਮੂੰਹੋਂ ਮੰਗ ਲਏ ਫਿਰ ਉਹਨੂੰ ਟੋਕ ਦਿੰਦੇ ਆ। ਪਰ ਨੱਚਣ ਵਾਲੀਆਂ ਵੇਸ਼ਵਾਵਾਂ ਦੇ ਉੱਤੇ ਪਤਾ ਨਹੀਂ ਕਿੰਨੇ ਕੁ ਪੈਸੇ ਜਿਹੜੇ ਉਜਾੜ ਦਿੰਦੇ ਲੋਕ, ਪਤਾ ਨਹੀਂ ਫਿਰ ਵਹਿੰਦੇ ਨਹੀਂ, ਸ਼ਰਾਬ ਪੀਤੀ ਹੁੰਦੀ ਹੈ ਤੇ ਬਸ ਜੋ ਵੀ ਜੇਬ ਦੇ ਵਿੱਚੋਂ ਨਿਕਲਦਾ ਵਾਰੀ ਆਉਂਦੇ ਆ ਤੇ ਪਤਾ ਨਹੀਂ ਕਿੰਨੇ ਕੁ ਪੈਸਿਆਂ ਦੇ ਵਿੱਚ, ਲੱਖਾਂ ਰੁਪਈਆਂ ਦੇ ਵਿੱਚ ਬੁੱਕ ਕਰਦੇ ਆ ਕਈ ਲੋਕ। ਇਹ ਸਾਡੀ ਤਰਾਸਦੀ ਹੈ, ਇਹਦੇ ਵੱਲ ਜਿਹੜਾ ਪੰਥ ਨੇ ਪਹਿਲੋਂ ਗੱਲ ਕੀਤੀ ਹੈ ਕਿ ਨਹੀਂ ਜਾਣਾ। ਇੱਕ ਸਾਦੇ ਵਿਆਹ ਦੀ ਜਿਹੜੀ ਰਸਮ ਆ ਉਹ ਹੋਣੀ ਚਾਹੀਦੀ ਹੈ। ਅਸਲ 'ਚ ਲੋਕ ਕਹਿੰਦੇ ਆ ਕਿ ਅਸੀਂ ਲੋਕਾਂ ਨੂੰ ਕੀ ਕਵਾਂਗੇ ਜੇ ਅਸੀਂ ਆਪਣੇ ਬੱਚੇ ਦਾ ਵਿਆਹ ਚੰਗਾ ਨਾ ਕੀਤਾ। ਤੇ ਆਹ ਵਿਆਹ ਮਾੜਾ ਹੈ ਜਿਹੜਾ ਗੁਰੂ ਦੇ ਹਜ਼ੂਰੀ ਹੋ ਜਾਣਾ, ਜਿੱਥੇ ਬੈਠ ਕੇ ਆਨੰਦ ਕਾਰਜ ਹੋਣੇ ਆ, ਜਿੱਥੇ ਸਾਰੇ ਪਰਿਵਾਰ ਕੀਰਤਨ ਸੁਣੇਗਾ, ਫਿਰ ਕੀਰਤਨ ਸੁਣ ਕੇ ਆਨੰਦ ਕਾਰਜ ਕਰਵਾਉਣੇ। ਇਹ ਕਿਤੇ ਮਾੜੀ ਗੱਲ ਹੈ? ਕਿੰਨੀ ਵਧੀਆ ਗੱਲ ਹੈ ਨਾ, ਕਿੰਨੀ ਸੁੰਦਰ ਮਰਿਆਦਾ ਸਾਨੂੰ ਗੁਰੂ ਪੰਥ ਨੇ ਦਿੱਤੀ ਆ। ਤੇ ਕਿੱਥੇ ਅਸੀਂ ਉਹ ਲੱਚਰ ਗਾਣੇ ਪੈਲਸ ਵਿੱਚ ਲਾ ਕੇ ਤੇ ਲੱਚਰਤਾ ਦਾ ਜਿਹੜਾ ਸ਼ੋਸ਼ਾ ਕਰਦੇ ਆ ਤੇ ਉਹਦੇ ਨਾਲ ਬੰਦਾ ਵੱਡਾ ਨਹੀਂ ਹੁੰਦਾ, ਅਸਲ 'ਚ ਗੁਰਮਤਿ ਦੇ ਨਾਲ ਵੱਡਾ ਹੁੰਦਾ ਹੈ। ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ। ਨੰਬਰ ਘੱਗਾ, ਜਿਤਨੇ ਥੋੜੇ ਆਦਮੀ ਲੜਕੀ ਵਾਲਾ ਮੰਗਾਵੇ, ਉਤਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ। ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ਫਤਿਹ ਗਜਾਈ ਜਾਵੇ। ਜਿੰਨੇ ਥੋੜੇ ਆਦਮੀ ਕਹਿ ਜਾਣ ਉਹਨਿਆਂ ਨੂੰ ਹੀ ਲੈ ਕੇ ਜਾਣਾ ਵਾਜਬ ਹੈ। ਤੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਘੱਟ ਤੋਂ ਘੱਟ ਜੰਝ ਜਿੰਨੀ ਵੀ ਆਪ ਜੀ, ਕਿਉਂਕਿ ਪਰਿਵਾਰ ਦੇ ਉੱਤੇ ਜੋ ਲੜਕੀ ਪਰਿਵਾਰ ਹੁੰਦਾ ਉਹਦੇ ਉੱਤੇ ਜ਼ਿਆਦਾ ਭਾਰ ਨਾ ਪਵੇ। ਇਹਨੂੰ ਜ਼ਿਆਦਾ ਧਿਆਨ 'ਚ ਰੱਖਿਆ ਜਾਵੇ ਕਿ ਜਿੰਨੇ ਉਹ ਮੰਗਾਉਣ ਉਨੇ ਹੀ ਜਿਹੜਾ ਪਰਿਵਾਰ ਨੂੰ ਆਪਣੇ ਨੂੰ ਲੈ ਕੇ ਉੱਥੇ ਜਾਇਆ ਜਾਵੇ। ਤੇ ਉਸ ਤੋਂ ਬਾਅਦ ਦੋਹੀਂ ਪਾਸੇ ਗੁਰਬਾਣੀ ਦੇ ਸ਼ਬਦ ਗਾਏ ਜਾਣ। ਜਿੰਨੇ ਵੀ ਸੁੰਦਰ ਸੁੰਦਰ ਸ਼ਬਦ ਹਨ ਉਹਨਾਂ ਨੂੰ ਗਾਇਨ ਕੀਤਾ ਜਾਵੇ। ਹਮ ਕਰ ਸਾਜਨੇ ਆਏ ਸਾਚੇ ਮੇਲ ਮਿਲਾਏ, ਇਸ ਤਰ੍ਹਾਂ ਦੇ ਸ਼ਬਦ ਵੀ ਗਾਇਨ ਕੀਤੇ ਜਾ ਸਕਦੇ ਆ। ਨਾ ਕਿ ਕੋਈ ਖਾਸ ਤੌਰ ਦੇ ਉੱਤੇ ਜਿਵੇਂ ਘੋੜੀਆਂ ਗਾਉਂਦੇ ਆ ਜਾਂ ਕੋਈ ਇਸ ਤਰ੍ਹਾਂ ਦੀਆਂ ਸੁਹਾਗ ਗਾਉਂਦੇ ਆ, ਉਹਨਾਂ ਨੂੰ ਗਾਉਣਾ ਮਨਮਤ ਹੈ। ਉੱਥੇ ਗੁਰਬਾਣੀ ਦੇ ਸ਼ਬਦ ਗਾਏ ਜਾਣ, ਸਹੁਰੇ ਦੋਵੇਂ ਪਾਸੇ ਜਾ ਕੇ ਫਿਰ ਜਦੋਂ ਪਹੁੰਚਦੇ ਫਿਰ ਫਤਿਹ ਗਜਾਈ ਜਾਵੇ। ਗੰਗਾ ਸ਼ਬਦ
ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਦੀਵਾਨ ਲੱਗੇ। ਸਤਿਗੁਰਾਂ ਦੇ ਹਜ਼ੂਰ ਇੱਕ ਦੀਵਾਨ ਜਿਹੜਾ ਸਜਾਇਆ ਜਾਵੇ। ਹੁਣ ਵਿਆਹ ਦੀ ਰਸਮ ਕਿਵੇਂ ਕੀਤੀ ਜਾਂਦੀ ਹੈ ਗੁਰਮਤਿ ਦੇ ਅਨੁਸਾਰ, ਇਹ ਆਪ ਜੀ ਦੇ ਸਾਹਮਣੇ ਹੈ ਕਿ ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਇੱਕ ਦੀਵਾਨ ਲਗਾਇਆ ਜਾਵੇ। ਸੰਗਤ ਜਾਂ ਰਾਗੀ ਕੀਰਤਨ ਕਰਨ, ਉੱਥੇ ਸੰਗਤ ਜਾਂ ਰਾਗੀ ਸਿੰਘ ਕੀਰਤਨ ਕਰਨ ਵਾਲੇ ਚਾਹੀਦੇ ਆ। ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਿਠਾਏ ਜਾਣ, ਬਿਲਕੁਲ ਗੁਰੂ ਸਾਹਿਬ ਦੇ ਸਾਹਮਣੇ ਲੜਕੀ ਤੇ ਲੜਕਾ ਜਿਹੜੇ ਬੈਠ ਜਾਣ। ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ, ਇਹ ਮਰਿਆਦਾ ਹੈ। ਖੱਬੇ ਪਾਸੇ ਲੜਕੀ ਬੈਠੇ, ਸੱਜੇ ਪਾਸੇ ਲੜਕਾ ਬੈਠੇ। ਸੰਗਤ ਦੀ ਆਗਿਆ ਲੈ ਕੇ ਆਨੰਦ ਪੜਾਉਣ ਵਾਲਾ ਸਿੱਖ, ਮਰਦ ਜਾਂ ਇਸਤਰੀ, ਇੱਥੇ ਕੋਈ ਖਾਸ ਨਹੀਂ ਹੈ ਕਿ ਮਰਦ ਹੀ ਆਨੰਦ ਕਾਰਜ ਦੀ ਜਿਹੜੀ ਹੈ ਮਰਿਆਦਾ ਨਿਭਾਵੇ। ਉੱਥੇ ਮਰਦ ਇਸਤਰੀ ਵੀ ਹੋ ਸਕਦੀ ਹੈ ਤੇ ਮਰਦ ਵੀ ਹੋ ਸਕਦਾ, ਦੋਵੇਂ ਕੋਈ ਵੀ। ਆਨੰਦ ਪੜਾਉਣ ਵਾਲਾ ਸਿੱਖ, ਗ੍ਰੰਥੀ ਸਿੰਘ ਕਹਿ ਲਓ, ਲੜਕੇ ਲੜਕੀ ਤੇ ਉਹਨਾਂ ਦੇ ਮਾਪਿਆਂ ਦਾ ਸਰਬਰਾਹ ਨੂੰ ਜਾਂ ਸਰਬਰਾਹਾਂ ਨੂੰ ਖੜਾ ਕਰਕੇ ਆਨੰਦ ਦੇ ਆਰੰਭ ਦਾ ਅਰਦਾਸਾ ਸੋਧੇ। ਜਿਹੜਾ ਪਾਠੀ ਸਿੰਘ ਆ ਕਹਿ ਲਓ, ਉਹ ਉੱਠ ਕਰਕੇ ਸੰਗਤ ਕੋਲੋਂ ਆਗਿਆ ਲੈ ਕੇ ਫਿਰ ਲੜਕੇ ਤੇ ਲੜਕੀ ਨੂੰ ਖੜਾ ਕਰੇ ਤੇ ਫਿਰ ਉਹਨਾਂ ਦੇ ਮਾਪਿਆਂ ਨੂੰ, ਤੇ ਜੇ ਮਾਪੇ ਨਹੀਂ ਆ, ਲੜਕੀ ਦੀ ਮਾਂ ਨਹੀਂ ਆ ਜਾਂ ਲੜਕੀ ਦਾ ਪਿਓ ਨਹੀਂ, ਲੜਕੀ ਦੀ ਮਾਂ ਜਾਂ ਲੜਕੀ ਦਾ ਅਨਾਥ ਹਨ, ਤੇ ਫਿਰ ਉਹਨਾਂ ਦੇ ਕੋਈ ਰਿਸ਼ਤੇਦਾਰ ਜਿਹੜਾ ਕੋਈ ਉਹਨਾਂ ਦਾ ਸਰਬਰਾਹ ਬਣਨਾ ਚਾਹੁੰਦਾ, ਜਿਹੜਾ ਉਹਨਾਂ ਦੇ ਨਾਲ ਆਇਆ, ਜਿਹੜਾ ਵਡੇਰਾ ਹੈ ਉਹਨਾਂ ਦਾ, ਵੱਡਾ ਭਾਈ ਜਾਂ ਭੈਣ ਕੋਈ ਵੀ, ਉਹ ਖੜਾ ਹੋਵੇ। ਉਹ ਖੜਾ ਹੋ ਕੇ ਫਿਰ ਆਨੰਦ ਦੀ ਅਰਦਾਸ ਜਿਹੜੀ ਹੈ ਉਹ ਕੀਤੀ ਜਾਵੇ। ਆਨੰਦ ਦੇ ਆਰੰਭ ਦੀ ਅਰਦਾਸ ਜਿਹੜੀ ਉਹ ਕੀਤੀ ਜਾਵੇ। ਦੋਵੇਂ ਪਰਿਵਾਰ ਖੜੇ ਹੋਣ, ਲੜਕੀ ਤੇ ਲੜਕੇ ਦਾ ਮਾਤਾ ਪਿਤਾ, ਲੜਕੀ ਲੜਕਾ, ਬਸ ਬਾਕੀ ਸੰਗਤ ਬੈਠੀ ਰਵੇ। ਇਹ ਵਿਸ਼ੇਸ਼ ਅਰਦਾਸ ਦੋਵਾਂ ਵਾਸਤੇ ਹੁੰਦੀ, ਇਹਨਾਂ ਵਾਸਤੇ, ਲੜਕੀ ਤੇ ਲੜਕੇ ਵਾਸਤੇ। ਖੜੇ ਹੋ ਕੇ ਫਿਰ ਉਸ ਤੋਂ ਬਾਅਦ ਅਰਦਾਸਾ ਜਿਹੜਾ ਸੋਧਿਆ ਜਾਵੇ ਕਿ ਸਤਿਗੁਰੂ ਆਨੰਦ ਆਰੰਭ ਕਰਨ ਦੀ ਆਗਿਆ ਬਖਸ਼ੋ। ਫਿਰ ਜਿਹੜਾ ਹੈ ਫਿਰ ਉਸ ਤੋਂ ਬਾਅਦ ਫਿਰ ਉਹ ਲੜਕੇ ਲੜਕੀ ਨੂੰ ਗੁਰਮਤਿ ਅਨੁਸਾਰ ਗ੍ਰਸਤ ਧਰਮ ਦੇ ਫਰਜ਼ਾਂ ਦਾ ਉਪਦੇਸ਼ ਕਰੇ। ਜਿਹੜਾ ਗ੍ਰੰਥੀ ਸਿੰਘ ਹੈ, ਜਦੋਂ ਆਨੰਦ ਕਾਰਜ ਜਿਹੜੇ ਆ ਆਰੰਭ ਕਰਨ ਤੋਂ ਪਹਿਲਾਂ ਦੋਵਾਂ ਨੂੰ, ਲੜਕੀ ਤੇ ਲੜਕੇ ਨੂੰ ਇਹ ਗੱਲ ਸਮਝਾਵੇ, ਲੜਕੇ ਨੂੰ ਗੱਲ ਸਮਝਾਵੇ ਕਿ ਇਹਨਾਂ ਨੇ ਆਪਣੀ ਲੜਕੀ ਦਾ ਸੋਚ ਸਮਝ ਕੇ ਤੈਨੂੰ ਯੋਗਵਾਰ ਚੁਣ ਕੇ ਤੇਰੇ ਹੱਥ ਆਪਣੀ ਲੜਕੀ ਦਾ ਹੱਥ ਫੜਾਇਆ, ਇਹਦੀ ਰੱਖਿਆ ਕਰਨੀ, ਇਹਦਾ ਬਰਾਬਰ ਦਾ ਹੱਕਦਾਰ ਬਣਨਾ, ਇਹ ਤੇਰੇ ਹਿੱਸੇ ਆਇਆ ਹੈ, ਤੂੰ ਇਹਦਾ ਅੱਜ ਤੋਂ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੈ। ਇਹੋ ਗੱਲ ਜਿਹੜੀ ਹੈ ਲੜਕੀ ਨੂੰ ਸਮਝਾਈ ਜਾਵੇ ਕਿ ਪੁੱਤਰੀ ਜੀ, ਤੁਹਾਨੂੰ ਜਿਹੜਾ ਯੋਗ ਚੁਣ ਕੇ ਇਸ ਲੜਕੇ ਦੇ ਲੜ ਲਾਇਆ ਗਿਆ ਹੈ, ਤੁਸੀਂ ਦੁੱਖ ਸੁੱਖ ਦੇ ਭਾਈਵਾਲ ਹੋ, ਇੱਕ ਦੂਜੇ ਦਾ ਹਰ ਵੇਲੇ ਸਾਥ ਦੇਣਾ ਹੈ। ਇਸ ਤਰ੍ਹਾਂ ਜਿਹੜਾ ਹੈ, ਇੱਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ, ਇਹ ਜਿਹੜੀ ਗੁਰਮਤਿ ਦੀ ਰਹਿਤ ਹੈ ਦ੍ਰਿੜ ਕਰਵਾਈ ਜਾਵੇ। ਫਰਜ਼ ਜਿਹੜੇ ਆ ਗੁਰੂ ਗ੍ਰਸਤ ਦੇ ਉਹ ਸਮਝਾਏ ਜਾਣ ਗ੍ਰੰਥੀ ਸਿੰਘ ਵੱਲੋਂ। ਤੇ ਫਿਰ ਉਸ ਤੋਂ ਬਾਅਦ ਪਹਿਲੇ ਦੋਹਾਂ ਨੂੰ ਸਾਂਝਾ ਉਪਦੇਸ਼ ਕਰੇ, ਪਹਿਲਾਂ ਦੋਹਾਂ ਨੂੰ ਜਿਹੜਾ ਹੈ ਸਾਂਝਾ ਉਪਦੇਸ਼ ਦਿੱਤਾ ਜਾਵੇ। ਇਸ ਵਿੱਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ ਪਤਨੀ ਦੇ ਸੰਬੰਧ ਨੂੰ ਜੀਵ ਤੇ ਪ੍ਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣ ਦੀ ਵਿਧੀ ਦੱਸੀ। ਹੁਣ ਜਿਹੜੀਆਂ ਚਾਰ ਲਾਵਾਂ ਹਨ, ਉਹ ਪਤੀ ਸਾਡਾ ਕੌਣ ਹੈ? ਅਕਾਲ ਪੁਰਖ ਪਰਮਾਤਮਾ। ਤੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ, ਜਿਵੇਂ ਅਕਾਲ ਪੁਰਖ ਦਾ ਸਾਡੇ ਨਾਲ ਸੰਬੰਧ ਹੈ ਤੇ ਸਾਡਾ ਅਕਾਲ ਪੁਰਖ ਨਾਲ, ਉਹ ਸਾਡਾ ਪਤੀ ਹੈ ਤੇ ਅਸੀਂ ਸਾਰੇ ਜਿੰਨੇ ਵੀ ਜੀਵ ਹਾਂ ਉਸ ਅਕਾਲ ਪੁਰਖ ਦੀਆਂ ਜਿਹੜੀਆਂ ਹਾਂ ਉਹ ਇਸਤਰੀਆਂ ਹਾਂ। ਇਸ ਗੱਲ ਨੂੰ ਜਿਹੜਾ ਯਾਦ ਰੱਖਿਆ ਜਾਵੇ, ਉਹ ਗੱਲ ਜਿਹੜੀ ਦ੍ਰਿੜ ਕਰਵਾਈ ਜਾਵੇ ਦੋਵਾਂ ਨੂੰ, ਪਤਨੀ ਤੇ ਪਤੀ ਨੂੰ, ਦੋਵਾਂ ਨੂੰ, ਲੜਕੀ ਲੜਕੇ ਨੂੰ ਇਹ ਗੱਲ ਸਮਝਾਈ ਜਾਵੇ ਕਿ ਜਿਵੇਂ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹ ਸਾਡਾ ਪਤੀ ਹੈ ਤੇ ਅਸੀਂ ਉਸਦੀਆਂ ਜੀਵ ਇਸਤਰੀਆਂ, ਉਹਦੇ ਹੁਕਮ ਦੇ ਵਿੱਚ ਅਸੀਂ ਚੱਲਣਾ ਹੈ। ਇਸੇ ਤਰ੍ਹਾਂ ਤੁਸੀਂ ਦੋਵੇਂ ਅੱਜ ਇਸ ਬੰਧਨ ਦੇ ਵਿੱਚ ਬੰਨਣ ਲੱਗੇ ਹੋ, ਇੱਕ ਦੂਜੇ ਦੇ ਹੁਕਮ ਦੇ ਵਿੱਚ ਇੱਕ ਦੂਜੇ ਨਾਲ ਪਿਆਰ ਨਾਲ ਰਹਿਣਾ। ਇਹ ਜਿਹੜੀ ਗੱਲ ਹੈ ਸਾਰੀ ਸੂਹੀ ਰਾਗ ਦੀਆਂ ਲਾਵਾਂ ਦੇ ਵਿੱਚ ਹੈ। ਉਹ ਸਾਰੀਆਂ ਲਾਵਾਂ ਦੀ ਆਪ ਜੀ ਨੇ ਜੇ ਹੋ ਸਕੇ ਤਾਂ ਉਹਦੀ ਵਿਆਖਿਆ ਪੜ੍ਹ ਲੈਣੀ। ਬੜੀ ਸੁਖੈਨ ਵਿਆਖਿਆ ਹੈ, ਬੜੀ ਸੁੰਦਰ ਢੰਗ ਦੇ ਨਾਲ ਕਿਵੇਂ ਜੀਵ ਦੀ ਸੁਰਤ ਜਿਹੜੀ ਹੈ ਉਹ ਇਹਨਾਂ ਚਾਰ ਲਾਵਾਂ ਦੇ ਵਿੱਚ ਉਸ ਅਕਾਲ ਪੁਰਖ ਤੱਕ ਪਹੁੰਚਦੀ ਹੈ। ਤੇ ਉਹ ਜਿਹੜੀ ਗੱਲ ਇੱਥੇ ਦੋਵਾਂ ਨੂੰ ਸਮਝਾਈ ਜਾਵੇ ਤੇ ਫਿਰ ਉਸ ਤੋਂ ਬਾਅਦ ਆਪਸ ਵਿੱਚ ਪ੍ਰੇਮ ਦੁਆਰਾ ਏਕ ਜੋਤ ਦੋਏ ਮੂਰਤੀ ਹੋਣਾ ਦੱਸੇ ਤੇ ਇੱਕ ਵਾਰ ਗ੍ਰਸਤ ਧਰਮ ਨਿਭਾਉਂਦੇ ਹੋਏ ਆਪਣੇ ਸਾਂਝੇ ਭਰਤਾ ਅਕਾਲ ਪੁਰਖ ਨਾਲ ਇੱਕ ਮਿਕ ਹੋਣਾ ਦ੍ਰਿੜਾਵੇ। ਅਸਲ 'ਚ ਗ੍ਰਸਤ ਧਰਮ ਦੀ ਬੜੀ ਵੱਡੀ ਵਡਿਆਈ ਸਤਿਗੁਰਾਂ ਨੇ ਦਿੱਤੀ ਹੈ। ਭਾਈ ਗੁਰਦਾਸ ਜੀ ਨੇ ਵੀ ਕਹਿ ਦਿੱਤਾ, ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ।
ਕਿ ਸਾਰਿਆਂ ਧਰਮਾਂ ਦੇ ਵਿੱਚੋਂ ਜਿਹੜਾ ਗ੍ਰਸਤ ਪ੍ਰਧਾਨ ਹੈ, ਗ੍ਰਸਤ ਦਾ ਬੜਾ ਫਾਇਦਾ ਹੁੰਦਾ ਹੈ ਕਿ ਇੱਕ ਤੇ ਸੰਗਤ ਹੋ ਜਾਂਦੀ ਹੈ, ਦੋਵੇਂ ਪਤੀ ਪਤਨੀ ਸੰਗਤ ਕਰਦੇ ਇੱਕ ਦੂਸਰੇ, ਦੋਵੇਂ ਨਾਮ ਜਪਦੇ ਆ, ਜਦੋਂ ਸੰਗਤ ਦਾ ਪ੍ਰਭਾਵ ਪੈਂਦਾ ਇੱਕ ਦੂਜੇ ਦੀ ਦਾ, ਤੇ ਦੋਵੇਂ ਫਿਰ ਨਾਮ ਦੇ ਵਿੱਚ ਜੋੜ ਕੇ ਉਸ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੁੰਦੇ ਆ। ਤੇ ਇਸ ਤਰ੍ਹਾਂ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਸੀਂ ਏਕ ਜੋਤ ਦੋਏ ਮੂਰਤੀ, ਤੁਹਾਡੀ ਇੱਕ ਜਿਹੜੀ ਹੈ ਦੋ ਸਰੀਰ ਹੈ ਤੁਹਾਡੇ, ਪਰ ਜੋਤ ਤੁਹਾਡੇ ਚ ਇੱਕ ਹੋਣੀ ਚਾਹੀਦੀ ਹੈ। ਜੇ ਜੋਤ ਅਕਾਲ ਪੁਰਖ ਪ੍ਰਮਾਤਮਾ ਦੀ ਇੱਕ ਹੈ ਤੁਹਾਡੇ ਅੰਦਰ, ਤੇ ਤੁਸੀਂ ਇਸੇ ਤਰ੍ਹਾਂ ਆਪਣਾ ਜਿਹੜਾ ਆ ਗ੍ਰਸਤ ਧਰਮ ਨਿਭਾਉਂਦੇ ਹੋਏ ਸਾਂਝੇ ਭਰਤਾ ਅਕਾਲ ਪੁਰਖ ਨਾਲ ਇੱਕਮਿਕ ਹੋਣਾ ਦਰੜਾਵੇ, ਕਿ ਤੁਸੀਂ ਉਸ ਅਕਾਲ ਪੁਰਖ ਦੇ ਵਿੱਚ ਇੱਕਮਿਕ ਹੋਣਾ ਹੈ, ਉਸ ਅਕਾਲ ਪੁਰਖ ਦੇ ਨਾਲ ਤੁਸੀਂ ਜੁੜਨਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਨਿਤਨੇਮ ਕਰਨਾ ਹੈ, ਫਿਰ ਦੋਵਾਂ ਨੇ ਸੰਗਤ ਕਰਨੀ ਹੈ, ਗੁਰਦੁਆਰਾ ਸਾਹਿਬ ਜਾਣਾ ਹੈ, ਤੇ ਫਿਰ ਆਪਣੇ ਜੀਵਨ ਦੀ ਸ਼ੁਰੂਆਤ ਜਿਹੜੀ ਕਰਨੀ ਹੈ। ਇਹ ਨਹੀਂ ਕਿ ਤੁਸੀਂ ਜਿਹੜਾ ਹੈ ਆਪਸ ਵਿੱਚ ਲੜੀ ਜਾਣਾ ਹੈ, ਇਸ ਤਰ੍ਹਾਂ ਦਾ ਕੋਈ ਕਾਰਜ ਨਹੀਂ ਕਰਨਾ। ਅਸਲ ਦੇ ਵਿੱਚ ਦੋਵਾਂ ਦੇ ਤੁਸੀਂ ਸੰਗੀ ਬਣਨਾ ਹੈ, ਦੋਵਾਂ ਦੇ ਦੁੱਖ ਸੁੱਖ ਦੇ ਭਾਈਵਾਲ ਤੁਸੀਂ ਬਣਨਾ ਹੈ। ਇਸ ਤਰ੍ਹਾਂ ਜਿਹੜਾ ਹੈ ਗੁਰਮਤਿ ਦ੍ਰਿੜ ਕਰਵਾ ਕੇ ਦੋਹਾਂ ਨੇ ਇਸ ਸੰਜੋਗ ਨੂੰ ਮਨੁੱਖਾ ਜੀਵਨ ਦੀ ਯਾਤਰਾ ਨੂੰ ਸਫਲਤਾ ਨਾਲ ਨਿਭਾਉਣ ਦਾ ਸਾਧਨ ਬਣਾਉਣਾ ਹੈ। ਦੋਵਾਂ ਨੇ ਤੁਸੀਂ ਭਜਨ ਕਰਨਾ ਹੈ, ਆਪਣਾ ਜਿਹੜਾ ਜੀਵਨ ਤੁਹਾਨੂੰ ਮਨੁੱਖਾ ਜੀਵਨ ਮਿਲਿਆ ਹੋਇਆ ਹੈ, ਤੇ ਤੁਸੀਂ ਦੋਵਾਂ ਨੇ ਇਸ ਮਨੁੱਖਾ ਜੀਵਨ ਦੇ ਵਿੱਚ ਨਾਮ ਜਪ ਕੇ ਤੇ ਉਸ ਦਰ ਦੇ ਉੱਤੇ ਪ੍ਰਵਾਨ ਹੋਣਾ ਹੈ ਜਿਸ ਦਰ ਤੋਂ ਅਸੀਂ ਆਏ ਹੋਏ ਹਾਂ। ਸਫਲਤਾ ਨਾਲ ਨਿਭਾਉਣਾ ਹੈ ਇਸ ਜੀਵਨ ਯਾਤਰਾ ਨੂੰ, ਨਾਮ ਜਪ ਕੇ ਗੁਰਮੁਖ ਹੋ ਕੇ ਤੁਸੀਂ ਜੀਵਨ ਬਤੀਤ ਕਰਨਾ। ਦੋਵਾਂ ਨੇ ਇਸ ਸੰਜੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖੀ ਜੀਵਨ ਬਤਾਉਣਾ ਹੈ। ਦੋਵਾਂ ਨੇ ਪਵਿੱਤਰਤਾ ਜਿਹੜੀ ਆ ਉਹ ਸਾਹਮਣੇ ਰੱਖਣੀ ਹੈ। ਦੋਵਾਂ ਨੇ ਇੱਕ ਦੂਜੇ ਦੇ ਫਰਜ਼ ਜਿਹੜੇ ਆ ਉਹ ਸਾਹਮਣੇ ਰੱਖ ਕੇ ਉਹਨਾਂ ਦੇ ਨਾਲ ਸਾਂਝ ਪਾਉਣੀ ਹੈ, ਇੱਕ ਦੂਜੇ ਦਾ ਦੁੱਖ ਸੁੱਖ ਜਿਹੜਾ ਸਮਝਣਾ। ਫਿਰ ਲੜਕੇ ਤੇ ਲੜਕੀ ਨੂੰ ਆਪੋ ਆਪਣੇ ਵੱਖੋ ਵੱਖਰੇ ਗ੍ਰਸਤ ਧਰਮ ਦੇ ਫਰਜ਼ ਦੱਸੇ ਜਾਣ। ਫਿਰ ਉਸ ਤੋਂ ਬਾਅਦ ਜਿਹੜਾ ਹੈ ਲੜਕੀ ਨੂੰ ਸਮਝਾਇਆ ਜਾਵੇ ਕਿ ਉਹਦੇ ਕੀ ਫਰਜ਼ ਹਨ ਆਪਣੇ ਪਤੀ ਦੇ ਪ੍ਰਤੀ, ਆਪਣੇ ਸਹੁਰੇ ਪਰਿਵਾਰ ਦੇ ਪ੍ਰਤੀ, ਕਿ ਸਾਰਿਆਂ ਨਾਲ ਜਿਹੜਾ ਪਿਆਰ ਨਾਲ ਰਹਿਣਾ ਆ, ਸੱਸ ਨੂੰ ਆਪਣੀ ਮਾਂ ਦੇ ਬਰਾਬਰ ਸਮਝਣਾ ਹੈ, ਤੇ ਆਪਣੇ ਸਹੁਰੇ ਨੂੰ ਪਿਤਾ ਦੇ ਸਮਾਨ ਸਮਝ ਕੇ ਉਹਨਾਂ ਦੀ ਸੇਵਾ ਕਰਨੀ ਹੈ। ਜਿਵੇਂ ਘਰ ਦੇ ਵਿੱਚ ਸੇਵਾ ਕਰਦੀ ਉਸੇ ਤਰ੍ਹਾਂ ਉਸ ਘਰ ਦੇ ਵਿੱਚ ਜਾ ਕੇ ਵੀ ਉਸ ਪਰਿਵਾਰ ਨੂੰ ਵੀ ਆਪਣਾ ਜਾਣਨਾ ਹੈ। ਇਸ ਤਰ੍ਹਾਂ ਕਰਕੇ ਜਿਹੜਾ ਆ ਇਹ ਗੁਰਮਤਿ ਦੇ ਜਿਹੜੇ ਫਰਜ਼ ਹੈ ਗ੍ਰਸਤ ਧਰਮ ਦੇ ਉਹ ਦ੍ਰਿੜ ਕਰਵਾਏ ਜਾਣ। ਫਿਰ ਉਸ ਤੋਂ ਬਾਅਦ ਲੜਕੇ ਨੂੰ ਵੀ ਸਮਝਾਇਆ ਜਾਏ ਕਿ ਭਾਈ ਜਿਨ੍ਹਾਂ ਨੇ ਲੜਕੀ ਤੇਰੇ ਲੜ ਲਾਈ ਆ, ਉਹਨਾਂ ਦਾ ਮਾਣ ਸਤਿਕਾਰ, ਉਹਨਾਂ ਦੀ ਇੱਜ਼ਤ ਦਾ ਤੂੰ ਰੱਖਾਂ, ਤੇ ਉਹ ਜਿਹੜਾ ਮਾਣ ਸਤਿਕਾਰ ਉਸੇ ਤਰ੍ਹਾਂ ਤੂੰ ਕਾਇਮ ਰੱਖਣਾ ਹੈ। ਇਹ ਫਰਜ਼ ਜਿਹੜੇ ਦੋਵਾਂ ਨੂੰ ਵੱਖੋ ਵੱਖਰੇ ਸਮਝਾਏ ਜਾਣ। ਵਰ ਨੂੰ ਦੱਸਿਆ ਜਾਵੇ ਕਿ ਲੜਕੀ ਵਾਲਿਆਂ ਨੇ ਤੁਹਾਨੂੰ ਸਭ ਤੋਂ ਵਧੀਕ ਯੋਗ ਜਾਣ ਕੇ ਵਰ ਚੁਣਿਆ ਹੈ। ਇਹ ਗੱਲ ਜਿਹੜੀ ਸਮਝਾਈ ਜਾਵੇ ਕਿ ਆਈ ਗਈ ਹੈ। ਆਪ ਨੇ ਆਪਣੀ ਪਤਨੀ ਨੂੰ ਅਧਰੰਗੀ ਜਾਣ ਕੇ, ਅਰਧੰਗੀ ਜਾਣ ਕੇ ਸਾਰੀਆਂ ਅਵਸਥਾਵਾਂ ਵਿੱਚ ਇੱਕੋ ਜਿਹਾ ਪਿਆਰ ਕਰਨਾ ਹੈ ਤੇ ਵੰਡ ਛਕਣਾ ਹੈ। ਸਾਰੀਆਂ ਅਵਸਥਾਵਾਂ ਦੇ ਵਿੱਚ ਭਾਵ ਜਦੋਂ ਦੁੱਖ ਆਵੇ ਉਦੋਂ ਵੀ ਉਹਦਾ ਸਾਥ ਲੈਣਾ ਹੈ, ਜਦੋਂ ਸੁੱਖ ਆਵੇ ਉਦੋਂ ਵੀ ਉਹਦੇ ਨਾਲ ਖੜਨਾ ਹੈ। ਇਸ ਤਰ੍ਹਾਂ ਤੁਸੀਂ ਆਪਣਾ ਜੀਵਨ ਜਿਹੜਾ ਵੰਡ ਛਕ ਕੇ ਬਤੀਤ ਕਰਨਾ ਹੈ। ਇਸ ਦੇ ਸਰੀਰ ਤੇ ਇੱਜ਼ਤ ਦੇ ਰਾਖੇ ਤੁਸੀਂ ਹੋ। ਇਸਤਰੀ ਵਰਤ ਧਰਮ ਵਿੱਚ ਪੱਕੇ ਰਹਿਣਾ ਹੈ। ਇਸਤਰੀ ਵਰਤਾ ਜਿਹੜਾ ਧਰਮ ਹੈ ਉਸ ਦੇ ਵਿੱਚ ਪੱਕੇ ਰਹਿਣ ਦੀ ਤਾਕੀਦ ਜਿਹੜੀ ਹੈ ਉਹ ਬੱਚੇ ਨੂੰ ਕੀਤੀ ਜਾਵੇ ਕਿ ਤੂੰ ਆਪਣੇ ਇਸਤਰੀ ਧਰਮ ਦੇ ਵਿੱਚ ਪੱਖ ਰਹਿਣਾ ਹੈ। ਇਸ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਦੇ ਤੁੱਲ ਆਦਰ ਦੇਣਾ, ਭਾਵ ਬਰਾਬਰ ਦਾ ਆਦਰ ਦੇਣਾ ਹੈ। ਜਿਸ ਤਰ੍ਹਾਂ ਦਾ ਤੁਸੀਂ ਆਦਰ ਆਪਣੇ ਮਾਤਾ ਪਿਤਾ ਨੂੰ ਦਿੰਦੇ ਹੋ ਤੇ ਜਿਵੇਂ ਦਾ ਆਦਰ ਤੁਸੀਂ ਉਹਨਾਂ ਦੇ ਕੋਲੋਂ ਚਾਹੁੰਦੇ ਉਸੇ ਤਰ੍ਹਾਂ ਦਾ ਆਦਰ ਉਹਨਾਂ ਨੂੰ ਦੇਣਾ ਹੈ। ਉਹਨਾਂ ਨੂੰ ਕਿਸੇ ਤਰ੍ਹਾਂ ਦਾ ਨੀਵਾਂ ਨਹੀਂ ਦਿਖਾਉਣਾ। ਕੰਨਿਆ ਨੂੰ ਦੱਸਿਆ ਜਾਵੇ ਕਿ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਗਤ ਦੇ ਹਜ਼ੂਰ ਇਸ ਸੱਜਣ ਦੇ ਲੜ ਲਾਇਆ ਗਿਆ ਹੈ। ਗੁਰੂ ਸਾਡਾ ਜਾਮਨੀ ਹੁੰਦਾ ਹੈ, ਇਸ ਕਰਕੇ ਗੁਰੂ ਦੇ ਹਜ਼ੂਰ ਤੁਹਾਨੂੰ ਜਿਹੜਾ ਹੈ ਲੜ ਲਾਇਆ ਗਿਆ ਹੈ। ਆਪ ਇਹਨਾਂ ਦੇ ਨਿਰਮਲ ਭਾਵ ਵਿੱਚ ਰਹਿੰਦੇ ਹੋਏ ਇਹਨਾਂ ਨੂੰ ਹੀ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ ਹੈ। ਦੁੱਖ ਸੁੱਖ ਦੇਸ਼ ਪ੍ਰਦੇਸ਼ ਵਿੱਚ ਆਪਣੇ ਪਤੀ ਵਰਤ ਧਰਮ ਦੇ ਵਿੱਚ ਪੱਕੇ ਰਹਿਣਾ ਹੈ, ਸੇਵਾ ਕਰਨੀ। ਇਹਨਾਂ ਨੇ ਮਾਤਾ ਪਿਤਾ ਦੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਦੇ ਸੰਬੰਧੀਆਂ ਵਾਂਗ ਜਾਣਨਾ ਹੈ। ਸੋ ਇਹ ਲੜਕੀ ਵਾਸਤੇ ਉਪਦੇਸ਼ ਜਿਹੜਾ ਹੈ ਪੰਥਕ ਰਹਿਣੀ ਦੇ ਵਿੱਚ ਦੱਸਿਆ ਗਿਆ ਹੈ ਕਿ ਪਤੀ ਪਤਨੀ ਵਰਤਾ ਧਰਮ ਦੇ ਵਿੱਚ ਪਰਪੱਖ ਰਹਿਣਾ ਹੈ ਤੇ ਆਪਣੇ ਪਤੀ ਦਾ ਨਿਰਮਲ ਭਾਵ ਮਨ ਚ ਵਸਾਉਣਾ ਹੈ, ਤੇ ਉਹਦੇ ਨਾਲ ਹੀ ਦੁੱਖ ਸੁੱਖ ਦੇ ਵਿੱਚ ਦੇਸ਼ ਪ੍ਰਦੇਸ਼ ਦੇ ਵਿੱਚ ਜਿਹੜਾ ਹੈ ਬਿਲਕੁਲ ਤੰਗ ਹੋ ਕੇ ਚੱਲਣਾ, ਸੇਵਾ ਕਰਨੀ ਹੈ ਪਰਿਵਾਰ ਦੀ ਵੀ, ਮਾਤਾ ਪਿਤਾ ਦੀ, ਸੱਸ ਸਹੁਰੇ ਦੀ ਸੇਵਾ ਜਿਹੜੀ ਉਹ ਕਰਨ ਦਾ ਗਿਆਨ ਦੇਣਾ ਹੈ।
ਤੇ ਫਿਰ ਉਸ ਤੋਂ ਬਾਅਦ ਉਪਦੇਸ਼ ਦੀਆਂ ਗੱਲਾਂ ਪ੍ਰਵਾਨ ਕਰਦੇ ਹੋਏ ਵਰ ਤੇ ਕੰਨਿਆ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣ। ਜਦੋਂ ਗ੍ਰੰਥੀ ਸਿੰਘ ਇਹ ਸਾਰੇ ਉਪਦੇਸ਼ ਜਿਹੜੇ ਕਰਵਾ ਦੇਵੇ ਕਿ ਅਸਲ 'ਚ ਤੁਸੀਂ ਅੱਜ ਇਸ ਗ੍ਰਸਥ ਧਰਮ ਦੇ ਵਿੱਚ ਪ੍ਰਵੇਸ਼ ਕਰਨ ਲੱਗੇ ਹੋ, ਇਹਦੀਆਂ ਆ ਗੱਲਾਂ ਹਨ, ਜੇ ਤੁਹਾਨੂੰ ਮਨਜ਼ੂਰ ਹੈ ਤੇ ਤੁਸੀਂ ਹਾਂ ਕਰੋ। ਫਿਰ ਲੜਕਾ ਲੜਕੀ ਜਿਹੜੇ ਜਦੋਂ ਹਾਂ ਕਰਦੇ ਆ, ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁੱਕ ਕੇ ਮੱਥਾ ਟੇਕਦੇ ਆ। ਮੱਥਾ ਟੇਕਣ ਤੋਂ ਭਾਵ ਹੁੰਦਾ ਹੈ ਕਿ ਹਾਂ ਅਸੀਂ ਜੋ ਗੁਰੂ ਕਹਿੰਦਾ ਹੈ ਉਸ ਗੱਲ ਨੂੰ ਪ੍ਰਵਾਨ ਕਰਦੇ ਹਾਂ। ਸੋ ਉਸ ਤੋਂ ਬਾਅਦ ਜਿਹੜਾ ਹੈ ਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸੱਜਣ ਸੂਹੀ ਮਹੱਲਾ ਚੌਥਾ ਵਿੱਚ ਦਿੱਤੀਆਂ ਲਾਵਾਂ ਦਾ ਪਾਠ ਸੁਣਾਵੇ। ਫਿਰ ਇਸ ਤੋਂ ਬਾਅਦ ਜਿਹੜਾ ਲੜਕੀ ਦਾ ਪਿਤਾ ਹੈ ਜਾਂ ਕੋਈ ਸੰਬੰਧੀ ਹੈ, ਜੇ ਪਿਤਾ ਨਹੀਂ ਹੈ ਲੜਕੀ ਦਾ ਤੇ ਅਨਾਥ ਹੈ ਲੜਕੀ ਜਾਂ, ਤੇ ਫਿਰ ਉਹਦਾ ਕੋਈ ਰਿਸ਼ਤੇਦਾਰ ਜਿਹੜਾ ਹੈ ਮੁਖੀ ਹੈ ਘਰ ਦਾ, ਉਹ ਉਸ ਲੜਕੀ ਦਾ ਪੱਲਾ ਜਿਹੜਾ ਹੈ ਲੜਕੇ ਦੇ ਹੱਥ ਵਿੱਚ ਫੜਾ ਦੇਵੇ। ਫਿਰ ਉਸ ਤੋਂ ਬਾਅਦ ਜਿਹੜਾ ਹਜ਼ੂਰੀ 'ਚ ਬੈਠਾ ਭਾਵੇਂ ਪਾਠੀ ਸਿੰਘ ਗ੍ਰੰਥੀ ਸਿੰਘ ਹੈ, ਤੇ ਉਹ ਫਿਰ ਜਿਹੜਾ ਹੈ ਆਪਣਾ ਲਾਵਾਂ ਦਾ ਪਾਠ ਕਰੇ। ਸੂਹੀ ਮਹੱਲੇ ਚੌਥੇ ਦੇ ਵਿੱਚ ਉਹ ਲਾਵਾਂ ਦਾ 4 ਲਾਵਾਂ ਦਾ ਪਾਠ ਕਰੇ। ਹਰੇਕ ਲਾਮ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆ ਵਰ ਦਾ ਪੱਲਾ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 4 ਪਰਿਕਰਮਾ ਕਰਨ। ਪਰਿਕਰਮਾ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕਰਮ ਅਨੁਸਾਰ ਸੁਰ ਵਿੱਚ ਗਾਈ ਜਾਣ ਅਤੇ ਵਰ ਕੰਨਿਆ ਹਰ ਇੱਕ ਲਾਮ ਮਗਰੋਂ ਮੱਥਾ ਟੇਕ ਕੇ ਅਗਲੀ ਲਾਮ ਸੁਣ ਲਈ ਖੜੇ ਹੋ ਜਾਣ। ਇਸ ਤਰ੍ਹਾਂ ਜਿਹੜਾ ਹੈ ਪਰਿਕਰਮਾ ਜਿਹੜੀ ਕੀਤੀ ਜਾਵੇ। ਗ੍ਰੰਥੀ ਸਿੰਘ ਪਹਿਲਾਂ ਪਹਿਲੀ ਲਾਮ ਪੜ੍ਹੇ, ਫਿਰ ਉਸ ਤੋਂ ਬਾਅਦ ਪਰਿਕਰਮਾ ਜਦੋਂ ਹੋਵੇ, ਉਦੋਂ ਸੰਗਤ ਜਾਂ ਜਿਹੜਾ ਰਾਗੀ ਸਿੰਘ ਹੈ, ਰਾਗੀ ਜੱਥਾ ਹੈ, ਉਹ ਗਾਈ ਰੂਪ ਦੇ ਵਿੱਚ ਇਸ ਲਾਮ ਨੂੰ ਗਾਵੇ। ਫਿਰ ਉਸ ਤੋਂ ਬਾਅਦ ਜਿਹੜਾ ਹੈ ਪਰਿਕਰਮਾ ਕਰਕੇ ਆਪਣੀ ਜਗ੍ਹਾ ਦੇ ਉੱਤੇ ਆ ਕੇ ਫਿਰ ਅਗਲੀ ਲਾਮ ਦਾ ਪਾਠ ਜਿਹੜਾ ਸੁਣ। ਫਿਰ ਉਸ ਤੋਂ ਬਾਅਦ ਉਪਰੰਤ ਮੱਥਾ ਟੇਕ ਕੇ ਆਪਣੀ ਥਾਂ ਤੇ ਬੈਠ ਜਾਣ ਤੇ ਰਾਗੀ ਸਿੰਘ ਜਾਂ ਆਨੰਦ ਕਾਰਜ ਕਰਾਉਣ ਵਾਲਾ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ ਪੌੜੀ ਦਾ ਪਾਠ ਕਰੇ। ਫਿਰ ਜਦੋਂ 4 ਲਾਵਾਂ ਸੰਪੂਰਨ ਹੋ ਜਾਣ, ਫਿਰ ਉਸ ਤੋਂ ਬਾਅਦ ਰਾਗੀ ਸਿੰਘ ਹਨ ਉਹ 6 ਪੌੜੀਆਂ ਨਾਲ ਸਾਹਿਬ ਦੀਆਂ ਦਾ ਜਾਪ ਕਰਨ, ਪਾਠ ਕਰਨ। ਫਿਰ ਉਸ ਤੋਂ ਬਾਅਦ ਜਿਹੜਾ ਹੈ ਫਿਰ ਆਨੰਦ ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇ ਤੇ ਕੜਾ ਪ੍ਰਸਾਦ ਵਰਤਾਇਆ ਜਾਵੇ। ਫਿਰ ਉਸ ਤੋਂ ਬਾਅਦ ਅਖੀਰ ਦੇ ਉੱਤੇ ਸਤਿਗੁਰਾਂ ਦੇ ਹਜ਼ੂਰ ਭੁੱਲ ਚੁੱਕੇ ਦੀ ਖਿਮਾ ਵਾਸਤੇ ਤੇ ਚੜ੍ਹਦੀ ਕਲਾ ਵਾਸਤੇ ਦੋਵਾਂ ਪਰਿਵਾਰਾਂ ਦੀ, ਲੜਕੇ ਤੇ ਲੜਕੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੋਵੇ। ਅਰਦਾਸ ਕਰਨ ਉਪਰੰਤ ਫਿਰ ਜਿਹੜਾ ਹੈ ਅਰਦਾਸਾ ਕਰਕੇ ਫਿਰ ਕੜਾ ਪ੍ਰਸਾਦ ਵਰਤਾਇਆ ਜਾਵੇ। ਨੰਬਰ ਚੱਚਾ, ਅਨਮਤ ਵਾਲਿਆਂ ਦਾ ਵਿਆਹ ਆਨੰਦ ਰੀਤੀ ਨਾਲ ਨਹੀਂ ਹੋ ਸਕਦਾ। ਕਿਸੇ ਹੋਰ ਮਤ ਨੂੰ ਮੰਨਣ ਵਾਲਿਆਂ ਦਾ ਵਿਆਹ ਆਨੰਦ ਰੀਤੀ ਨਾਲ ਨਹੀਂ ਹੋ ਸਕਦਾ, ਕਿਉਂਕਿ ਹਰ ਧਰਮ ਦਾ ਆਪਣਾ ਆਪਣਾ ਇੱਕ ਕਾਰਜ ਹੁੰਦਾ ਹੈ। ਕੋਈ ਵੀ ਧਰਮ ਜਿਸ ਧਰਮ ਨੂੰ ਮੰਨਦਾ ਹੈ ਕੋਈ, ਉਸ ਧਰਮ ਦੇ ਵਿੱਚ ਉਹ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਕਰ ਸਕਦਾ ਹੈ, ਆਪਣਾ ਵਿਆਹ ਦੀ ਰੀਤੀ ਨਿਭਾ ਸਕਦਾ ਹੈ। ਪਰ ਆਨੰਦ ਕਾਰਜ ਜਿਹੜਾ ਹੈ ਉਹ ਇੱਕ ਸਿੱਖ ਦਾ ਉਸ ਤਰੀਕੇ ਨਾਲ ਹੀ ਹੁੰਦਾ ਹੈ ਜੋ ਸਿੱਖਾਂ ਦੇ ਪਰਿਵਾਰ ਵਿੱਚ ਹੁੰਦਾ ਹੈ, ਤੇ ਦੂਸਰਿਆਂ ਮਤਾਂ ਵਾਲੇ ਆਪਣੇ ਢੰਗ ਨਾਲ ਜਿਹੜਾ ਕਰ ਸਕਦੇ ਆ, ਉਹਨਾਂ ਦਾ ਆਨੰਦ ਰੀਤੀ ਨਾਲ ਵਿਆਹ ਨਹੀਂ ਹੋ ਸਕਦਾ। ਨੰਬਰ 6, ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੇ। ਲੜਕੇ ਜਾਂ ਲੜਕੀ ਦਾ ਸੰਜੋਗ ਕਿਸੇ ਤਰ੍ਹਾਂ ਦਾ ਕੋਈ ਦਾਜ ਦਹੇਜ ਜਿਹੜਾ ਹੁੰਦਾ ਹੈ, ਉਹ ਪੈਸਾ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸੰਜੋਗ ਨਾ ਕਰੇ, ਕਿਉਂਕਿ ਅਕਾਲ ਪੁਰਖ ਨੇ ਜੋ ਹੈ ਇਹ ਸਾਂਝਾ ਪਰਿਵਾਰ ਦਿੱਤਾ ਹੈ, ਜਿਹਦੇ ਵਿੱਚ ਦੋਵੇਂ ਪਰਿਵਾਰ ਰਲ ਕੇ ਇਸ ਆਨੰਦ ਕਾਰਜ ਦੀ ਰਸਮਾਂ ਨਿਭਾਉਂਦੇ ਆ। ਇਹਦੇ ਵਿੱਚ ਮਾਇਆ ਦੀ ਕੋਈ ਸਾਂਝ ਜਿਹੜੀ ਉਹ ਨਾ ਰੱਖੇ ਕਿਸੇ ਤਰ੍ਹਾਂ ਦੀ, ਦੋਵੇਂ ਪਰਿਵਾਰਾਂ ਦਾ ਜਿਹੜਾ ਪਿਆਰ ਬਣਿਆ ਰਵੇ। ਇਸ ਕਰਕੇ ਇਸ ਤਰ੍ਹਾਂ ਦੀ ਜਿਹੜੀ ਰੀਤੀ ਉਹ ਨਾ ਰਵੇ, ਕੋਈ ਦਹੇਜ ਵਾਲੀ ਜਾਂ ਕੋਈ ਪੈਸਾ ਲੈਣ ਜਾਂ ਦੇਣ ਵਾਲੀ ਰੀਤੀ ਇਹਦੇ ਵਿੱਚ ਨਾ ਵਰਤੀ ਜਾਵੇ, ਇਹ ਮਨਮਤ ਹੈ। ਜੱਜਾ, ਜੇ ਬਾਲਕੀ ਦੇ ਮਾਪੇ ਕਦਾਚ ਸ਼ਬੱਬ ਪਾਏ ਕੈ ਬਾਲਕੀ ਦੇ ਗ੍ਰਹਿ ਵਿਖੇ ਜਾਣ ਅਤੇ ਉੱਥੇ ਪ੍ਰਸਾਦ ਤਿਆਰ ਹੋਵੇ ਤਾਂ ਖਾਣ ਤੋਂ ਸੰਕੋਚਣਾ ਨਹੀਂ। ਅੰਨ ਨਾ ਖਾਣਾ ਸਭ ਭਰਮ ਹੈ, ਖਾਲਸੇ ਨੂੰ ਖਾਣਾ ਖਿਲਾਵਣਾ ਸ੍ਰੀ ਗੁਰੂ ਬਾਬੇ ਅਕਾਲ ਪੁਰਖ ਬਖਸ਼ਿਆ ਹੈ। ਬੇਟੀ ਬੇਟੇ ਵਾਲੇ ਆਪਸ ਵਿੱਚ ਖਾਂਦੇ ਰਹਿਣ, ਇਸੇ ਵਾਸਤੇ ਜੋ ਗੁਰੂ ਨੇ ਦੋਵੇਂ ਸਾਖ ਇੱਕ ਕੀਤੇ ਹਨ। ਇਹ ਪ੍ਰੇਮ ਸਮਾਰਗ ਦੇ ਵਿੱਚੋਂ ਬਚਨ ਹੈ ਜੀ, ਜੋ ਇਹ ਆਪ ਜੀ ਨੂੰ ਸੁਣਾਇਆ ਹੈ। ਪ੍ਰੇਮ ਸਮਾਰਗ ਇੱਕ ਰਹਿਤਨਾਮਾ ਹੈ ਜਿਹਦੇ ਵਿੱਚੋਂ ਇਹ ਬਚਨ ਲਿਆ ਗਿਆ, ਤੇ ਉਹਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਜੇ ਕਿਤੇ ਸਵਾਬ ਪਾ ਕੇ
ਲੜਕੀ ਤੇ ਮਾਪੇ ਕਿਤੇ ਆਪਣੀ ਲੜਕੀ ਨੂੰ ਮਿਲਣ ਵਾਸਤੇ ਜਾਣ ਤੇ ਇਹ ਗੱਲ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਇੱਕ ਗੱਲ ਵਰਤੀ ਜਾਂਦੀ ਹੈ ਕਿ ਜਦੋਂ ਲੜਕੀ ਦੇ ਪਰਿਵਾਰ ਲੜਕੀਆਂ ਦੇ ਘਰ ਜਾਂਦਾ ਤੇ ਉੱਥੇ ਉਹ ਪਾਣੀ ਵੀ ਨਹੀਂ ਪੀ ਸਕਦੇ। ਪਰ ਇੱਥੇ ਪ੍ਰੇਮ ਸਮਾਰਕ ਜੋ ਰਹਿਤ ਹੈ ਉਹਦੇ ਵਿੱਚ ਲਿਖਿਆ ਗਿਆ, ਪ੍ਰੇਮ ਸਮਾਰਕ ਰਹਿਤਨਾਮੇ ਦੇ ਵਿੱਚ, ਕਿ ਭਾਈ ਜੋ ਖਾਵਣਾ ਤੇ ਖਿਲਾਵਣਾ ਇਹ ਗੁਰੂ ਬਾਬੇ ਨੇ ਬਖਸ਼ਿਆ ਹੈ। ਇਸ ਕਰਕੇ ਹੀ ਤੁਹਾਡਾ ਸਾਕ ਆਪਸ ਵਿੱਚ ਹੋਇਆ ਹੈ ਕਿ ਦੋਵੇਂ ਪਰਿਵਾਰ ਆਪਸ ਦੇ ਵਿੱਚ ਰਲ ਮਿਲ ਕੇ ਬਹਿਣ, ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਰਿਸ਼ਤਾ ਕਾਇਮ ਰੱਖ ਸਕਣ। ਇਸ ਕਰਕੇ ਬੈਠ ਕੇ ਉੱਥੇ ਪ੍ਰਸ਼ਾਦਾ ਪਾਣੀ ਛਕਣ ਤੋਂ ਸੰਕੋਚ ਨਹੀਂ ਕਰਨਾ। ਨੰਬਰ ਝੱਜਾ, ਜਿਸ ਇਸਤਰੀ ਦਾ ਭਰਤਾ ਕਾਲਵਸ ਹੋ ਜਾਵੇ ਉਹ ਚਾਹੇ ਤਾਂ ਜੋਗ ਵਰ ਦੇ ਕੇ ਪੁਨਰ ਸੰਜੋਗ ਕਰ ਲਵੇ। ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਸ ਲਈ ਵੀ ਇਹੋ ਹੁਕਮ ਹੈ। ਹੁਣ ਇਹ ਗੱਲ ਹੈ ਕਿ ਜਦੋਂ ਕਿਸੇ ਇਸਤਰੀ ਦਾ ਭਰਤਾ ਦਾ ਪਤੀ ਕਾਲਵਸ ਹੋ ਜਾਵੇ, ਜੇ ਉਹਦੀ ਡੈਥ ਹੋ ਜਾਵੇ, ਮੌਤ ਹੋ ਜਾਵੇ, ਤੇ ਉਹ ਜੋਗ ਵਰ ਦੇ ਕੇ ਦੂਸਰਾ ਵਿਆਹ, ਪੁਨਰ ਵਿਆਹ ਜਿਹੜਾ ਉਹ ਕਰ ਸਕਦੇ ਆ। ਇਸੇ ਤਰ੍ਹਾਂ ਇਸਤਰੀ ਵਾਸਤੇ ਵੀ ਇਹੋ ਹੀ ਹੁਕਮ ਹੈ। ਜੇ ਉਹਦਾ ਪਤੀ ਚੜਾਈ ਕਰ ਜਾਵੇ, ਪਤੀ ਦੀ ਡੈਥ ਹੋ ਜਾਵੇ, ਉਹ ਦੂਸਰਾ ਵਿਆਹ ਕਰਵਾ ਸਕਦੀ ਹੈ। ਪਰ ਇੱਥੇ ਜਿਹੜਾ ਹੈ ਤਲਾਕ ਵਾਲੀ ਕੋਈ ਗੱਲ ਨਹੀਂ ਹੈ, ਕਿਉਂਕਿ ਅਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਰਿਸ਼ਤਾ ਗੰਢਿਆ ਹੁੰਦਾ ਹੈ। ਇਸ ਕਰਕੇ ਕੋਈ ਤਲਾਕ ਵਾਲੀ ਗੱਲ ਜਿਹੜੀ ਹੈ ਉਹ ਇੱਥੇ ਨਹੀਂ ਲਿਖੀ ਗਈ। ਉਹ ਕੋਈ ਇਸ ਤਰ੍ਹਾਂ ਦਾ ਜਿਹੜਾ ਹੈ ਮਰਿਆਦਾ ਨਹੀਂ ਬਣੀ, ਕਿਉਂਕਿ ਸਿੱਖਾਂ ਦੇ ਵਿੱਚ ਤਲਾਕ ਨਹੀਂ ਹੁੰਦੇ, ਕਿਉਂਕਿ ਗੁਰੂ ਨੂੰ ਅਸੀਂ ਹਾਜ਼ਰ ਨਾਜ਼ਰ ਜਾਣਦੇ ਹਾਂ। ਜਿਹੜੀ ਗੱਲ ਸਾਡੇ ਗੁਰੂ ਦੇ ਸਾਹਮਣੇ ਹੋ ਗਈ, ਜੋ ਰਿਸ਼ਤਾ ਸਾਡਾ ਗੁਰੂ ਨੇ ਬੰਨ੍ਹ ਦਿੱਤਾ, ਉਸ ਰਿਸ਼ਤੇ ਵਿੱਚ ਅਸੀਂ ਆਪਣੇ ਆਪ ਨੂੰ ਬੰਨ੍ਹ ਕੇ ਰੱਖਣਾ ਹੈ। ਤੇ ਤਲਾਕ ਤਾਂ ਗੱਲਾਂ ਤਾਂ ਹੀ ਪਹੁੰਚਦੇ ਜਦੋਂ ਅਸੀਂ ਗੁਰੂ ਦੇ ਬਚਨਾਂ ਤੋਂ ਉੱਕ ਜਾਂਦੇ ਹਾਂ, ਗੁਰੂ ਦੇ ਬਚਨ ਨਹੀਂ ਮੰਨਦੇ। ਜੇ ਗੁਰੂ ਦੇ ਬਚਨ ਮੰਨਾਂਗੇ ਤੇ ਤਲਾਕ ਦੀ ਨੌਬਤ ਆਉਂਦੀ ਨਹੀਂ। ਇਸ ਕਰਕੇ ਜੇ ਕਿਤੇ ਰੱਬ ਨਾ ਕਰੇ ਡੈਥ ਹੋ ਜਾਵੇ ਪਤੀ ਦੀ ਜਾਂ ਪਤਨੀ ਦੀ, ਤੇ ਦੂਸਰਾ ਵਿਆਹ ਕਰ ਸਕਦੇ। ਉਸ ਤੋਂ ਅੱਗੇ ਆ ਜਾਓ ਨੰਨਾ। ਪੁਨਰ ਵਿਆਹ ਦੀ ਵੀ ਇਹੋ ਰੀਤ ਹੈ ਜੋ ਆਨੰਦ ਲਈ ਉੱਤੇ ਦੱਸੀ ਗਈ ਹੈ। ਤੇ ਜਿਹੜੀ ਵਿਆਹ ਦੀ ਰੀਤ ਹੈ, ਪੁਨਰ ਦੁਬਾਰਾ ਜਿਹੜਾ ਵਿਆਹ ਕਰਨਾ ਹੈ, ਜਿਵੇਂ ਔਰਤ ਦਾ ਪਤੀ ਦੀ ਡੈਥ ਹੋ ਗਈ ਆ, ਉਹਦਾ ਜਦੋਂ ਵਿਆਹ ਕਰਨਾ ਤੇ ਉਹ ਵੀ ਇਸੇ ਹੀ ਰੀਤ ਨਾਲ ਹੋਵੇ ਜਿਹੜੀ ਉੱਤੇ ਦੱਸੀ ਗਈ ਆ, ਉਸੇ ਹੀ ਆਨੰਦ ਰੀਤੀ ਦੇ ਨਾਲ ਉਹ ਵਿਆਹ ਹੋਵੇ। ਅੱਗੇ ਆ ਜਾਓ ਜੀ। ਆਮ ਹਾਲਾਤਾਂ ਵਿੱਚ ਸਿੱਖ ਨੂੰ ਇੱਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਏ। ਇੱਕ ਇਸਤਰੀ ਦੇ ਹੁੰਦਿਆਂ ਦੂਸਰਾ ਵਿਆਹ ਉਹ ਕਰਨਾ ਵਰਜਿਤ ਹੈ। ਇਹ ਪੰਥ ਨੇ ਗੱਲ ਕਹੀ ਹੈ, ਏਕਾ ਨਾਰੀ ਜਤੀ ਹੋਏ। ਇਸ ਕਰਕੇ ਇੱਕ ਇਸਤਰੀ ਦੇ ਹੁੰਦਿਆਂ ਦੂਸਰਾ ਵਿਆਹ ਨਹੀਂ ਕਰਾਉਣਾ। ਇਸੇ ਤਰ੍ਹਾਂ ਇਸਤਰੀ ਵਾਸਤੇ ਵੀ ਇਹੀ ਹੁਕਮ ਹੈ। ਅੰਮ੍ਰਿਤਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਵੀ ਅੰਮ੍ਰਿਤ ਛਕਾ ਲਵੇ। ਅਖੀਰਲਾ ਨੰਬਰ 6 ਕਿ ਜੇ ਅੰਮ੍ਰਿਤਧਾਰੀ ਸਿੰਘ ਹੈ ਤੇ ਜੇ ਪਤਨੀ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਤੇ ਵਿਆਹ ਤੋਂ ਬਾਅਦ ਉਹਨੂੰ ਜਿਹੜਾ ਅੰਮ੍ਰਿਤ ਛਕਾ ਲਿਆ ਜਾਵੇ। ਕਿਉਂਕਿ ਜਦੋਂ ਗੁਰਮਤਿ ਕਮਾਉਣੀ ਹੈ ਉਦੋਂ ਦੋਵਾਂ ਨੇ ਰਲ ਕੇ ਕਮਾਉਣੀ ਹੈ। ਇਸ ਕਰਕੇ ਉਹ ਆਪਣੀ ਪਤਨੀ ਨੂੰ ਵੀ ਅੰਮ੍ਰਿਤ ਛਕਾ ਸਕਦਾ। ਉਹਦੇ ਵਿੱਚ ਕੋਈ ਧੱਕਾ ਨਹੀਂ ਕਿ ਬਸ ਤੂੰ ਛਕਣਾ ਹੀ ਛਕਣਾ। ਜੇ ਮੇਰੇ ਨਾਲ ਵਿਆਹ ਕਰਾ ਲਿਆ, ਉਹਨੂੰ ਪਹਿਲਾਂ ਸਮਝਾਇਆ ਜਾਵੇ ਕਿ ਭਲੀਏ ਇਸ ਸੰਸਾਰ ਦੇ ਉੱਤੇ ਅਸੀਂ ਧਰਮ ਕਮਾਉਣ ਦੇ ਵਾਸਤੇ ਆਏ ਹਾਂ, ਤੇ ਜੇ ਧਰਮ ਕਮਾਵਾਂਗੇ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੋਵਾਂਗੇ। ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਦਾ। ਇਸ ਤਰ੍ਹਾਂ ਉਹਨੂੰ ਪ੍ਰੇਰ ਕੇ ਤੇ ਜਿਹੜਾ ਹੈ ਉਹਨੂੰ ਅੰਮ੍ਰਿਤ ਧਾਰੀ ਕਰਾ ਕੇ ਗੁਰੂ ਵਾਲੇ ਜਿਹੜਾ ਬਣਾ ਕੇ ਤੇ ਉਹਨੂੰ ਸਿੰਘਣੀ ਸਜਾਇਆ ਜਾਵੇ। ਸੋ ਇਹ ਜਿਹੜੀ ਹੈ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਆਨੰਦ ਦੀ ਰੀਤੀ ਜੋ ਹੈ ਉਹ ਆਪਾਂ ਇੱਥੇ ਵਿਚਾਰੀ ਹੈ। ਤੇ ਇਹਦੇ ਨਾਲ ਹੀ ਜੇ ਆਪ ਜੀ ਦਾ ਕੋਈ ਸਵਾਲ ਹੈ ਤੇ ਆਪ ਜੀ 1-2 ਮਿੰਟ ਹਨ ਆਪਣੇ ਕੋਲ, ਫਿਰ ਆਪਾਂ ਸਮਾਪਤੀ ਕਰੀਏ ਕਲਾਸ ਦੀ। ਸੋ ਆਪ ਜੀ ਜੋ ਕੋਈ ਸਵਾਲ ਹੈ ਤੇ ਪੁੱਛ ਸਕਦੇ ਹੋ। ਹਾਂਜੀ ਵੀਰ ਜੀ 1 ਮਿੰਟ, ਮੈਂ ਤੁਹਾਡਾ ਮਾਈਕ ਔਨ ਕਰ ਵੀਰ ਜੀ, ਕਰ ਲਓ ਆਪਣਾ ਮਾਈਕ ਔਨ ਕਰ ਲਓ ਤੇ ਦੱਸੋ ਸਵਾਲ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ। ਹਾਂਜੀ 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 ਵੀਰ ਜੀ, ਮੇਰਾ ਇੱਕ ਸਵਾਲ ਸੀ ਕਿ ਆਨੰਦ ਕਾਰਜ ਨੂੰ ਲੈ ਕੇ ਸਮੇਂ ਜਿਹੜਾ ਟਾਈਮ ਹੁੰਦਾ ਹੈ ਉਹ ਫਿਕਸ ਕਰਨਾ ਜ਼ਰੂਰੀ ਹੈ। ਜਿਵੇਂ ਕਿ ਕਈ ਗੁਰਦੁਆਰਿਆਂ 'ਚ ਵੇਖਿਆ ਹੈ ਕਿ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਹੋ ਜਾਣੇ ਚਾਹੀਦੇ ਨੇ, ਤੇ ਗੁਰਮਤਿ ਮਰਿਆਦਾ ਅਨੁਸਾਰ ਇਹਦਾ ਕੋਈ ਟਾਈਮ ਰਿਲੇਟਡ ਹੈਗਾ ਕਿ ਆਨੰਦ ਕਾਰਜ ਕਦੇ ਵੀ ਕਰ ਸਕਦੇ ਦਿਨ 'ਚ? ਕਿਉਂਕਿ ਕਈਆਂ ਥਾਵਾਂ ਤੇ ਦੇਖਿਆ ਹੈ ਕਿ ਵੀਰ ਜੀ, ਕਈਆਂ ਥਾਵਾਂ ਤੇ ਦੇਖਿਆ ਕਿ ਜਿਵੇਂ ਪਰਿਵਾਰ ਵਾਲੇ ਟਾਈਮ ਦਿੰਦੇ ਨੇ ਕਿ ਅਸੀਂ ਇਸ ਟਾਈਮ ਤੇ ਗੁਰਦੁਆਰਾ ਸਾਹਿਬ ਪਹੁੰਚ ਜਾਵਾਂਗੇ ਗ੍ਰੰਥੀ ਸਿੰਘਾਂ ਨੂੰ, ਤੇ ਕਈ ਵਾਰੀ ਏਦਾਂ ਵੀ ਹੁੰਦਾ ਹੈ ਕਿ ਸ਼ਾਮ ਦੇ 3-4 ਵੀ ਵੱਜ ਜਾਂਦੇ ਨੇ ਲਾਵਾਂ ਲੈਂਦੇ ਹੋਏ। ਤਾਂ ਇਹਦਾ ਕੋਈ ਟਾਈਮ ਫਿਕਸ ਹੈਗਾ ਗੁਰਮਤਿ ਮਰਿਆਦਾ ਅਨੁਸਾਰ ਆਨੰਦ ਕਾਰਜ ਕਿੰਨੇ ਵਜੇ ਹੋ ਜਾਣੇ ਚਾਹੀਦੇ ਆ? 12 ਵਜੇ ਤੋਂ?
ਅਸਲ 'ਚ ਨਾ ਜਿਹੜਾ ਸੂਹੀ ਰਾਗ ਦੀਆਂ ਲਾਵਾਂ ਦਾ ਜਿਹੜਾ ਸਮਾਂ ਹੈ ਨਾ, ਸੂਹੀ ਰਾਗ ਦਾ ਜਿਹੜਾ ਸਮਾਂ ਹੈ, ਸੂਹੀ ਰਾਗ ਦਾ ਸਮਾਂ ਸਵੇਰੇ 12 ਵਜੇ ਤੋਂ ਪਹਿਲੋਂ ਦਾ ਹੈ। ਕਿਉਂ ਜੀ, ਇਸ ਤਰ੍ਹਾਂ ਹੀ ਹੈ ਨਾ, 12 ਵਜੇ ਦਾ ਪਹਿਲੋਂ ਦਾ ਸਮਾਂ ਹੈ ਸੂਹੀ ਰਾਗ ਦੇ ਵਿੱਚ, ਕਿਉਂਕਿ ਸਤਿਗੁਰਾਂ ਨੇ ਲਾਵਾਂ ਦੀ ਜਿਹੜੀ ਰਚਨਾ ਕੀਤੀ ਹੈ ਸੂਹੀ ਰਾਗ ਦੇ ਵਿੱਚ ਹੈ। ਤੇ ਸੂਹੀ ਰਾਗ ਦੇ ਸ਼ੰਤ ਹਨ, ਆਪ ਜੀ ਉਹਨਾਂ ਨੂੰ ਪੜ੍ਹ ਸਕਦੇ ਹੋ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ, ਤੁਸੀਂ ਪੜ੍ਹ ਸਕਦੇ ਹੋ ਆਈ ਗ੍ਰੰਥ ਤੇ ਕੱਢ ਕੇ। ਤੇ ਉਹਦਾ ਜਿਹੜਾ ਸਮਾਂ ਹੈ ਸੂਹੀ ਰਾਗ ਦਾ, ਉਹ 12 ਵਜੇ ਤੋਂ ਪਹਿਲੋਂ ਦਾ ਸਮਾਂ ਹੈ। ਤੇ ਇਸ ਕਰਕੇ ਉਸ ਰਾਗ ਨੂੰ ਆਪਾਂ ਆਧਾਰ ਬਣਾ ਕੇ ਵੀ ਗੱਲ ਕਹਿ ਸਕਦੇ ਹਾਂ। ਤੇ ਉਂਝ ਵੀ ਸਾਨੂੰ ਜਿਹੜਾ ਹੈ ਇਹ ਜਿਹੜਾ ਸਮਾਂ ਹੈ ਇਹ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਜਿਹੜੀਆਂ ਲਾਵਾਂ ਜਿਹੜੀਆਂ ਹਨ ਉਹ ਇਸ ਸਮੇਂ ਹੀ ਹੋ ਜਾਣ। ਤੇ ਪਹਿਲੇ ਸਮੇਂ ਆਨੰਦ ਅੰਮ੍ਰਿਤ ਵੇਲੇ ਹੁੰਦੇ ਸਨ, ਜਦੋਂ ਪਹਿਲਾ ਸਮਾਂ ਹੁੰਦਾ ਸੀ ਨਾ, ਤੇ ਉਦੋਂ ਆਸਾ ਦੀ ਵਾਰ ਕੀਤੀ ਜਾਂਦੀ ਸੀ। ਪਹਿਲੇ ਕਿਸੇ ਨੇ ਆਪਣਾ ਮਾਈਕ ਆਨ ਕਰਨਾ ਬੰਦ, ਬੇਨਤੀ ਹੈ ਕਿ ਆਪਣਾ ਮਾਈਕ ਰੱਖਿਆ ਕਰੋ। ਹਾਂਜੀ, ਤੇ ਪਹਿਲੇ ਸਮਿਆਂ ਦੇ ਵਿੱਚ ਸੰਗਤ ਜੁੜਦੀ ਹੁੰਦੀ ਸੀ ਗੁਰਦੁਆਰਾ ਸਾਹਿਬ ਵਿਖੇ, ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸੀ। ਆਸਾ ਦੀ ਵਾਰ ਦਾ ਕੀਰਤਨ ਹੋਣ ਉਪਰੰਤ ਫਿਰ ਜਿਹੜਾ ਸੀ ਬੱਚੇ ਬੱਚੀ ਨੇ ਆ ਜਾਣਾ, ਅਖੀਰ ਦੇ ਤੇ ਜਦੋਂ ਸਮਾਪਤੀ ਹੋ ਕੇ ਫਿਰ ਉਸ ਤੋਂ ਬਾਅਦ ਆਨੰਦ ਕਾਰਜ ਦੀ ਰਸਮ ਹੁੰਦੀ ਸੀ। ਕਰੀਬ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਤੇ ਜਦੋਂ ਆਸਾ ਦੀ ਵਾਰ ਦੀ ਸਮਾਪਤੀ ਹੁੰਦੀ, ਆਸਾ ਰਾਗ ਦੀ ਸਮਾਪਤੀ ਕਰਕੇ ਫਿਰ ਸੂਹੀ ਰਾਗ ਦਾ ਸਮਾਂ ਆਰੰਭ ਹੋ ਜਾਂਦਾ। ਫਿਰ ਸੂਹੀ ਰਾਗ ਦੇ ਵਿੱਚ ਜਿਹੜੀਆਂ ਲਾਵਾਂ ਪੜ੍ਹ ਕੇ ਤੇ ਫਿਰ ਉਹ ਬੱਚੇ ਤੇ ਬੱਚੀ ਨੂੰ ਜਿਹੜਾ ਸੀ ਗੁਰੂ ਘਰ ਦੇ ਵਿੱਚੋਂ ਜਿਹੜਾ ਸੀ ਉਹ ਆਸ਼ੀਰਵਾਦ ਮਿਲਦਾ ਸੀ, ਤੇ ਉਹ ਫਿਰ ਆਨੰਦ ਕਾਰਜ ਦੇ ਇਸ ਗ੍ਰਸਥ ਧਰਮ ਦੇ ਵਿੱਚ ਪ੍ਰਵੇਸ਼ ਕਰਦੇ ਸਨ। ਸੋ ਕਹਿਣ ਤੋਂ ਭਾਵ ਕਿ ਇਸ ਰਾਗ ਦੇ ਹਿਸਾਬ ਨਾਲ ਵੀ ਆਪਾਂ ਦੇਖੀਏ ਤੇ 12 ਵਜੇ ਤੋਂ ਪਹਿਲਾਂ ਦਾ ਸਮਾਂ ਹੈ। ਸੋ ਜਦੋਂ ਵੀ ਆਪ ਜੀ ਨੇ ਆਪਣੇ ਪਰਿਵਾਰਾਂ 'ਚ ਗੱਲ ਯਾਦ ਰੱਖਣੀ ਹੈ, ਕਿਉਂਕਿ ਹੁੰਦਾ ਕੀ ਹੈ ਕਿ ਪਰਿਵਾਰ ਤੇ ਛੇਤੀ ਹੀ, ਕਿਉਂਕਿ ਉਹਨਾਂ ਨੇ ਸਮਾਂ ਲਿਖਿਆ ਹੁੰਦਾ ਕਾਰਡ ਦੇ ਉੱਪਰ ਵੀ ਪਹਿਲੋਂ ਲਾਵਾਂ ਫੇਰੇ ਹੋ ਜਾਣ, ਪਹਿਲੋਂ ਆਨੰਦ ਕਾਰਜ ਹੋ ਜਾਣ। ਪਰ ਕੀ ਹੁੰਦਾ ਕਿ ਕਈ ਰਿਸ਼ਤੇਦਾਰ ਤਿਆਰ ਹੋਣ ਤੇ ਟਾਈਮ ਲਾ ਦਿੰਦੇ ਆ, ਕਿਸੇ ਨੇ ਕੁਛ ਕਰਨਾ ਹੁੰਦਾ, ਕਿਸੇ ਨੇ ਕੁਛ ਕਰਨਾ ਹੁੰਦਾ ਹੈ। ਤੇ ਇਸ ਕਰਕੇ ਜਿਹੜਾ ਹੈ ਇਹ ਸਮੇਂ ਨੂੰ ਵਿਚਾਰ ਕੇ ਤੇ ਉਸ ਹਿਸਾਬ ਦੇ ਨਾਲ ਜਿਹੜਾ ਵੇਖਣਾ ਚਾਹੀਦਾ ਹੈ ਕਿ 12 ਵਜੇ ਤੋਂ ਪਹਿਲੋਂ ਆਨੰਦ ਹੋ ਜਾਣ। ਇਹਦੀ ਜ਼ਰੂਰ ਇੱਕ ਮਰਿਆਦਾ ਹੈ। ਹਾਂਜੀ ਹਾਂਜੀ, ਅਨਮਿਊਟ ਯਾਰ, ਦੱਸੋ ਜੀ। ਹੋਰ ਕਿਸੇ ਦਾ ਸਵਾਲ ਜੀ? ਵੱਡੀ ਕਰੋ ਨਾ ਸਕਰੀਨ। ਹਾਂਜੀ, ਵਾਹਿਗੁਰੂ। ਹਾਂਜੀ, ਮਾਈਕ ਔਨ ਕਰਕੇ ਸਵਾਲ ਪੁੱਛ ਸਕਦੇ ਹੋ ਜੀ ਤੁਸੀਂ। ਆਨੰਦ ਕਾਰਜ ਨਾਲ ਰਿਲੇਟਡ ਕੋਈ ਸਵਾਲ ਹੋਵੇ ਤੁਹਾਡੇ ਮਨ 'ਚ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀ ਜੀ ਜਿਸ ਤਰ੍ਹਾਂ ਹੁਣ ਆਪਾਂ ਸਮਝਾਈਦਾ, ਤੁਸੀਂ ਦੱਸਿਆ ਕਿ ਸਮਝਾਉਣਾ ਲੜਕੇ ਲੜਕੀ ਨੂੰ ਇੱਕੋ ਜਿਹੇ ਉਪਦੇਸ਼ ਦੇਈਦੇ ਆ, ਤੇ ਲੜਕੀ ਨੂੰ ਜਿਸ ਤਰ੍ਹਾਂ ਦੱਸਿਆ ਤੁਸੀਂ ਹੁਣੇ ਕਿ ਸਮਝਾਉਣਾ ਕਿ ਵੀ ਲੜਕੇ ਦੇ ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ ਜੋ ਵੀ ਤੁਸੀਂ ਦੱਸਿਆ ਕਿ ਸਾਰਾ ਇਸ ਤਰ੍ਹਾਂ ਇਹ ਮੇਰੇ ਹਿਸਾਬ ਨਾਲ ਲੜਕੇ ਨੂੰ ਵੀ ਕਹਿਣਾ ਚਾਹੀਦਾ ਸੇਮ ਗੱਲ ਲੜਕੇ ਨੂੰ, ਕਿਉਂਕਿ ਬੱਚੇ ਸਵਾਲ ਕਰਦੇ ਨੇ ਇਹ ਕਿ ਕਈ ਵਾਰ ਸਾਨੂੰ ਬੱਚੇ ਸਵਾਲ ਕਰਦੇ ਨੇ ਕਿ ਅੰਕਲ ਜੀ ਤੁਸੀਂ ਦੱਸਦੇ ਹੁੰਦੇ ਹੋ ਕਿ ਉੱਥੇ ਇਸ ਤਰ੍ਹਾਂ ਕਿ ਵੀ ਲੜਕੀ ਨੂੰ ਆਪਣੇ ਲੜਕੇ ਦੇ ਮਾਤਾ ਪਿਤਾ ਨੂੰ ਮਾਤਾ ਪਿਤਾ, ਭੈਣ ਭਰਾ ਨੂੰ ਭੈਣ ਭਰਾ, ਉਹ ਸਭ ਸਮਝਣਾ ਚਾਹੀਦਾ। ਤੇ ਲੜਕੇ ਨੂੰ ਵੀ ਉਪਦੇਸ਼ ਦੇਣਾ ਚਾਹੀਦਾ ਕਿ ਤੂੰ ਵੀ ਭਾਈ ਇਸ ਤਰ੍ਹਾਂ ਲੜਕੀ ਦੇ ਮਾਤਾ ਪਿਤਾ ਨੂੰ ਮਾਤਾ ਪਿਤਾ, ਭੈਣ ਭਰਾ, ਇਹ ਮੇਰੇ ਖਿਆਲ ਨਾਲ ਵੀ ਕਹਿਣਾ ਚਾਹੀਦਾ, ਜ਼ਰੂਰੀ ਆ। ਬਿਲਕੁਲ ਜੀ, ਇਹ ਤੁਸੀਂ ਜਦੋਂ ਰਹਿਤ ਮਰਿਆਦਾ ਮੈਂ ਹੁਣੇ ਸ਼ੋਅ ਕੀਤੀ ਸੀ ਤੁਹਾਨੂੰ ਤੇ ਤੁਸੀਂ ਪੜ੍ਹੀ ਹੋਏਗੀ ਉੱਪਰ, ਤੇ ਇੱਕ ਪਹਿਲਾਂ ਲਿਖਿਆ ਗਿਆ ਕਿ ਲੜਕੀ ਤੇ ਲੜਕੇ ਵਾਸਤੇ ਸਾਂਝਾ ਕੀ ਉਪਦੇਸ਼ ਹੈ, ਫਿਰ ਲੜਕੀ ਵਾਸਤੇ ਕੀ ਉਪਦੇਸ਼ ਹੈ ਤੇ ਲੜਕੇ ਵਾਸਤੇ ਕੀ ਉਪਦੇਸ਼ ਆ। ਇਹ ਸਾਰੇ ਦੋਵੇਂ ਗੱਲਾਂ ਜਿਹੜੀਆਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ। ਦੋਵਾਂ ਵਾਸਤੇ ਸਿੱਖੀ ਉਪਦੇਸ਼ ਆ ਕਿ ਜੇ ਲੜਕੀ ਲੜਕੇ ਦੇ ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ ਸਮਝੇ, ਤੇ ਇਸੇ ਤਰ੍ਹਾਂ ਲੜਕੇ ਨੂੰ ਵੀ ਚਾਹੀਦਾ ਹੈ ਕਿ ਉਹ ਲੜਕੀ ਦੇ ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ ਸਮਝ ਕੇ ਉਹਨਾਂ ਦਾ ਬਰਾਬਰ ਦਾ ਮਾਣ ਸਤਿਕਾਰ ਕਰੇ, ਜਿੰਨਾ ਉਹ ਮਾਣ ਸਤਿਕਾਰ ਆਪਣੇ ਮਾਤਾ ਪਿਤਾ ਦਾ ਕਰਦਾ ਹੈ। ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ। ਠੀਕ ਹੈ ਜੀ, ਓਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਹੈਲੋ। ਬਹੁਤ ਲੋਕੀ ਮੈਂ ਦੇਖਿਆ ਜਿਹੜਾ ਆਨੰਦ ਕਾਰਜ ਸੰਪੂਰਨ ਹੋਣ ਤੋਂ ਬਾਅਦ ਮੁੰਡੇ ਕੁੜੀ ਨੂੰ ਉੱਥੇ ਹੀ ਗੁਰੂ ਦੀ ਚਾਬਿਆਂ ਦੇ ਸਾਹਮਣੇ ਬੈਠੇ ਹਾਰ ਪਾਉਣ ਲੱਗ ਜਾਂਦੇ ਆ। ਇਹ ਮਨਮਤ ਹੈਗੀ ਕਿ ਨਹੀਂ? ਅੱਛਾ, ਜਿਵੇਂ ਉਹ ਉੱਪਰ ਦੀ ਨੋਟ ਵਾਰਨ ਵਾਲੇ ਜਿਵੇਂ ਇਸ ਤਰ੍ਹਾਂ ਕਰਦੇ ਉਹਦੀ ਗੱਲ ਕਰ ਰਹੇ ਜੀ? ਹਾਰ ਪਾਉਣ ਲੱਗ ਪੈਂਦੇ ਆ ਬਹੁਤ ਉੱਥੇ ਸਾਹਮਣੇ ਬੈਠੇ। ਦੇਖੋ ਜੀ, ਥੋੜਾ ਆਵਾਜ਼ ਘਟਾ ਦਿਓ। ਅਸਲ 'ਚ ਕੀ ਹੈ ਕਿ ਇਹ ਸਾਡੀ ਮਰਿਆਦਾ ਨਹੀਂ ਹਾਰ ਪਾਉਣ ਵਾਲੀ, ਇਹ ਈਸਾਈਆਂ ਦੀ ਮਰਿਆਦਾ ਹੈ।
ਸਾਡੀ ਮਰਿਆਦਾ ਨਹੀਂ ਹੈ, ਇਹ ਕ੍ਰਿਸਚਨ ਮਰਿਆਦਾ ਹੈ ਹਾਰ ਪਾਉਣ ਵਾਲੀ। ਆਨੰਦ ਕਾਰਜ ਦੇ ਵਿੱਚ ਹਾਰ ਤੇ ਪਾਉਣੇ ਨਹੀਂ ਚਾਹੀਦੇ। ਇਹ ਤੇ ਕੋਈ ਮਰਿਆਦਾ ਨਹੀਂ ਹੈਗੀ। ਆਨੰਦ ਦੀ ਰੀਤੀ ਤੋਂ ਬਿਨਾਂ ਹੋਰ ਕੋਈ ਮਰਿਆਦਾ ਗੁਰੂ ਘਰ ਦੇ ਵਿੱਚ ਨਹੀਂ ਹੋਣੀ ਚਾਹੀਦੀ। ਇਹ ਤਾਂ ਮਰਿਆਦਾ ਹੀ ਨਹੀਂ ਹੈ। ਪਰ ਜਿਹੜੇ ਪਾਉਂਦੇ ਆ ਉਹਨਾਂ ਨੂੰ ਇਹ ਸਮਝਾਉਣਾ ਚਾਹੀਦਾ, ਭਾਈ ਇਹ ਸਾਡੀ ਮਰਿਆਦਾ ਨਹੀਂ ਹੈ, ਸਾਈਆਂ ਦੀ ਮਰਿਆਦਾ ਹੈ, ਉਹ ਨਿਭਾਉਣ ਤੇ ਪਰ ਸਾਨੂੰ ਇਹ ਕਾਰਜ ਨਹੀਂ ਕਰਨਾ ਚਾਹੀਦਾ। ਹਾਂਜੀ, ਇਹ ਤਾਂ ਮਨਮਤ ਹੈ ਨਾ। ਹਾਂਜੀ, ਬਿਲਕੁਲ ਮਨਮਤ ਹੈ ਜੀ, ਹਾਰ ਪਾਉਣੇ ਬਿਲਕੁਲ ਮਨਮਤ ਹੈ। ਵਾਹਿਗੁਰੂ। ਕੁਲਵੰਤ ਸਿੰਘ ਜੀ, ਤੁਹਾਡਾ ਸਵਾਲ ਹੈ ਕੋਈ? ਆਵਾਜ਼ ਨਹੀਂ ਆ ਰਹੀ ਤੁਹਾਡੀ। ਸ਼ਾਇਦ ਨੈਟਵਰਕ ਪ੍ਰੋਬਲਮ ਹੋਵੇ ਇਹਨਾਂ ਦੇ। ਹਾਂਜੀ, ਹੋਰ ਕਿਸੇ ਦਾ ਸਵਾਲ? ਹਾਂਜੀ, ਗੁਰਪ੍ਰਤਾਪ ਸਿੰਘ ਜੀ ਨੇ ਹੱਥ ਖੜਾ ਕੀਤਾ, ਦੱਸੋ ਵੀਰ ਜੀ। ਇਹਨਾਂ ਦਾ ਮਾਈਕ। ਹਾਂਜੀ, ਕੁਲਵੰਤ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਜੇ ਤੁਹਾਡੀ ਆਵਾਜ਼ ਕਲੀਅਰ ਆ ਜਾਵੇ ਤੇ ਤੁਹਾਡਾ ਸਵਾਲ ਪਹਿਲਾਂ ਲੈ ਲੈਂਦੇ ਆ, ਗੁਰਪ੍ਰਤਾਪ ਸਿੰਘ ਜੀ ਦਾ ਬਾਅਦ ਚ ਲੈ ਲੈਂਦੇ ਸਵਾਲ। ਕੁਲਵੰਤ ਸਿੰਘ ਜੀ। ਨਹੀਂ, ਆਵਾਜ਼ ਨਹੀਂ ਤੁਹਾਡੀ ਆ ਰਹੀ। ਗੁਰਪ੍ਰਤਾਪ ਸਿੰਘ ਜੀ, ਤੁਹਾਡਾ ਸਵਾਲ ਕੀ ਹੈ? ਇਹਨਾਂ ਕੋਲੋਂ ਆਪਾਂ ਬਾਅਦ ਚ ਲੈ ਲੈਂਦੇ ਸਵਾਲ। ਹਾਂਜੀ ਵੀਰ ਜੀ, ਤੁਹਾਡੀ ਆਵਾਜ਼ ਥੋੜੀ ਜੀ ਉੱਚੀ ਬੋਲੋ ਤੁਸੀਂ। ਹਾਂਜੀ, ਗੁਰਪ੍ਰਤਾਪ ਸਿੰਘ। ਵੀਰ ਜੀ, ਆਵਾਜ਼ ਨਹੀਂ ਆ ਰਹੀ। ਤੁਸੀਂ ਬੋਲ ਰਹੇ ਪਰ ਆਵਾਜ਼ ਨਹੀਂ ਆ ਰਹੀ। ਸ਼ਾਇਦ ਤੁਹਾਡਾ ਹੈਡਫੋਨ ਹੀ ਲਗੇ ਹੋਣਗੇ। ਹਾਂਜੀ, ਮਿਊਟ ਕਰਕੇ ਅਨਮਿਊਟ ਹੋਵੋ ਦੁਬਾਰਾ, ਫਿਰ ਸ਼ਾਇਦ ਆ ਜਾਵੇ ਆਵਾਜ਼। ਹਾਂਜੀ, ਨਹੀਂ ਆ ਰਹੀ, ਆਵਾਜ਼ ਨਹੀਂ ਤੁਹਾਡੀ ਆ ਰਹੀ। ਤੁਸੀਂ ਕਲਾਸ ਲੀਵ ਕਰਕੇ ਦੁਬਾਰਾ ਛੁੱਟ ਜਾਓ, ਸ਼ਾਇਦ ਆ ਜਾਏ ਆਵਾਜ਼। ਹਾਂਜੀ, ਕੁਲਵੰਤ ਸਿੰਘ ਜੀ, ਤੁਸੀਂ ਹੁਣ ਸਵਾਲ ਪੁੱਛ ਸਕਦੇ ਹੋ। ਆਪਣਾ ਮਾਈਕ ਔਨ ਕਰ ਲਓ, ਕੁਲਵੰਤ ਸਿੰਘ ਜੀ। ਤੁਹਾਡਾ ਮਾਈਕ ਬੰਦ ਹੈ, ਮਾਈਕ ਔਨ ਕਰ ਲਓ। ਗੁਰਪ੍ਰਤਾਪ ਸਿੰਘ ਜੀ। ਹਾਂਜੀ ਹਾਂਜੀ ਵੀਰ ਜੀ। ਹਾਂਜੀ, ਹੁਣ ਆਈ। ਓਕੇ ਜੀ, ਓਕੇ ਵੀਰ ਜੀ। ਸਵਾਲ ਇਹ ਕਿ ਆਪਾਂ ਕੱਲ ਜਿੱਦਾਂ ਆਨੰਦ ਕਾਰਜ ਦੀ ਗੱਲ ਕੀਤੀ, ਕੱਲ ਨਾਮਕਰਨ ਦੀ ਗੱਲ ਕੀਤੀ ਸੀ, ਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਦੀ ਰਹਿਤ ਮਰਿਆਦਾ ਦੇਖਦੇ ਕਿ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹੀਆਂ ਜਾਂਦੀਆਂ। ਤੇ ਇਸ ਵਾਰ ਵੀ ਤੁਸੀਂ ਕੱਲ ਦਾ ਮੈਂਸ਼ਨ ਕੀਤਾ ਤੇ ਤੁਸੀਂ ਇਹ ਮਤਲਬ ਮੈਂਸ਼ਨ ਕੀਤਾ ਕਿ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਕਰਕੇ ਇਹ ਕੰਮ ਕਰ ਸਕਦੇ ਆਪਾਂ। ਤੇ ਸਵਾਲ ਮੇਰਾ ਇਹ ਕਿ ਮਤਲਬ ਆਪਣੀ ਪੰਥ ਮਰਿਆਦਾ ਚ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ 6 ਪੌੜੀਆਂ ਦੀ ਪਾਠ ਦਾ ਕੋਈ ਅਲੱਗ ਮਰਿਆਦਾ ਵਾ, ਜਾਂ ਫਿਰ ਜੇ ਕਿਸੇ ਕੋਲ ਟਾਈਮ ਹੈਗਾ ਤੇ ਉਹ ਸੰਪੂਰਨ ਪਾਠ ਵੀ ਕਰ ਸਕਦਾ, ਕਿ ਜਾਂ ਫਿਰ 6 ਪੌੜੀਆਂ ਜਿਹੜੀਆਂ ਉਹਨਾਂ ਨੂੰ ਟਾਈਮ ਨੂੰ ਮੱਦੇ ਨਜ਼ਰ ਰੱਖਦੇ ਹੀ 6 ਪੌੜੀਆਂ ਪੜ੍ਹੀਆਂ ਜਾਂਦੀਆਂ? ਅਸਲ ਚ ਨਾ ਪੰਥ ਨੇ ਇਹ ਗੱਲ ਨਿਰਧਾਰਿਤ ਕੀਤੀ ਹੈ ਕਿ ਸਮੇਂ ਨੂੰ ਦੇਖਦਿਆਂ ਹੋਇਆਂ ਤੁਸੀਂ 5 ਪਹਿਲੀਆਂ ਪੌੜੀਆਂ ਤੇ ਅਖੀਰਲੀ ਪੌੜੀ ਜਿਹੜੀ ਹੈ ਉਹਦਾ ਪਾਠ ਕਰਨਾ ਹੈ। ਜੇ ਤੁਹਾਡੇ ਕੋਲ ਖੁੱਲਾ ਸਮਾਂ ਹੈ ਤੇ ਬਾਣੀ ਪੜ੍ਹਨੀ ਕਿਹੜੀ ਮਾੜੀ ਹੁੰਦੀ ਹੈ। ਜੇ ਤੁਸੀਂ ਪੂਰੇ 40 ਦੀਆਂ 40 ਪੌੜੀਆਂ ਕਰ ਸਕਦੇ ਹੋ, ਨੋ ਡਾਊਟ। ਤੇ ਪਰ ਜਦੋਂ ਕੀਰਤਨ ਕਰ ਰਹੇ ਹਾਂ ਤੇ ਕੀਰਤਨ ਦੇ ਰੂਪ ਦੇ ਵਿੱਚ ਅਸੀਂ 6 ਪੌੜੀਆਂ ਹੀ ਪੜ੍ਹਨੀਆਂ, ਕਿਉਂਕਿ ਕੀਰਤਨ ਜਿਹੜਾ ਹੈ ਫਿਰ ਆਨੰਦ ਜਿਹੜਾ ਆਪਾਂ ਰਾਮਕਲੀ ਰਾਗ ਪੜ੍ਹਦੇ ਹਾਂ, ਫਿਰ ਉਹਦੇ ਵਿੱਚ ਕੀਰਤਨ ਦੀਆਂ 6 ਪੌੜੀਆਂ ਹੀ ਪੜ੍ਹਨੀਆਂ ਹੁੰਦੀਆਂ। ਤੇ ਉਂਝ ਜੇ ਤੁਹਾਡੇ ਕੋਲ ਵਧੇਰੇ ਸਮਾਂ ਹੈ ਤੇ ਤੁਸੀਂ 40 ਦੀਆਂ 40 ਪੌੜੀਆਂ ਪੜ੍ਹ ਸਕਦੇ ਹੋ। ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਡਾਊਟ ਨਹੀਂ ਹੈ, ਕਿਉਂਕਿ ਗੁਰਬਾਣੀ ਜਿੰਨੀ ਵੱਧ ਤੋਂ ਵੱਧ ਪੜ੍ਹ ਸਕਦੇ ਹਾਂ ਪੜ੍ਹਨੀ ਚਾਹੀਦੀ ਹੈ। ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੈ। ਹਾਂ, ਜੇ ਤੁਸੀਂ ਕੜਾਹ ਪ੍ਰਸਾਦ ਦੀ ਦੇਗ ਬਣਾ ਕੇ ਲੈ ਕੇ ਗਏ ਹੋ, ਉਦੋਂ ਵੀ ਇਹ ਮਰਿਆਦਾ ਬਿਲਕੁਲ ਲਾਗੂ ਹੁੰਦੀ ਹੈ। ਉਦੋਂ ਤੁਸੀਂ ਆਨੰਦ ਸਾਹਿਬ ਪੜ੍ਹਨਾ ਹੀ ਪੜ੍ਹਨਾ ਹੈ। ਇਹ 6 ਪੌੜੀਆਂ ਜੇ ਤੁਸੀਂ ਸੰਪੂਰਨ ਕਰ ਸਕਦੇ ਹੋ, ਉਹ ਵੀ ਤੁਸੀਂ ਕਰ ਸਕਦੇ, ਕੋਈ ਗੱਲ ਨਹੀਂ। ਠੀਕ ਹੈ ਵੀਰ ਜੀ। ਵੀਰ ਜੀ, ਇੱਕ ਹੋਰ ਸਵਾਲ ਹੀ ਮੇਰਾ। ਹਾਂਜੀ ਵੀਰ ਜੀ, ਕੱਲ ਆਪਾਂ ਇੱਕ ਸਾਖੀ ਸਰਵਣ ਕੀਤੀ ਸੀ ਗੁਰੂ ਨਾਨਕ ਦੇਵ ਜੀ ਦੀ, ਜਿੱਥੇ ਇੱਕ ਕੋਈ ਜੋਗੀ ਉਹ ਨਦੀ ਪਾਰ ਕਰਦਾ ਇੱਕ ਚਾਦਰ ਵਿਛਾ ਕੇ। ਹਾਂਜੀ ਹਾਂਜੀ।
ਮੈਨੂੰ ਮਤਲਬ ਥੋੜਾ ਡਾਊਟ ਹੀ ਤੇ ਇਹ ਆਪਾਂ ਜੋ ਚਾਦਰ ਸਾਹਿਬ ਗੁਰਦੁਆਰਾ ਇੱਥੇ ਭਰੂਚ ਚ ਉਹਦੇ ਨਾਲ ਹੀ ਲਿੰਕ ਆ ਉਹੀ ਨਹੀਂ ਉਹ ਵੀਰ ਜੀ ਉਹ ਹੋਰ ਸਾਖੀ ਆ। ਅਸਲ 'ਚ ਕੀ ਹੈ ਕਿ ਇਹ ਨਾਮ ਜਦੋਂ ਜਪਦਾ ਹੈ ਨਾ ਬੰਦਾ, ਮਨੁੱਖ ਕੋਈ ਵੀ ਹੈ, ਭਾਵੇਂ ਆਮ ਸਿੱਖ ਹੈ ਤੇ ਗੁਰੂ ਸਾਹਿਬ ਸੀ ਉਹਨਾਂ ਦੀ ਗੱਲ ਤੇ ਵੱਡੀ ਹੈ, ਤੇ ਭਾਵੇਂ ਆਮ ਸਿੱਖ ਵੀ ਨਾਮ ਜਪਦਾ ਹੈ, ਉਹਦੇ ਕੋਲੇ ਵੀ ਰਿੱਧੀਆਂ ਸਿੱਧੀਆਂ ਉਹਨਾਂ ਦੇ ਸਤਿਗੁਰਾਂ ਨੇ ਕਿਹਾ ਚਰਨਾਂ 'ਚ ਆ ਕੇ ਲੱਗ ਜਾਂਦੀਆਂ। ਤੇ ਉਸ ਸਤਿਗੁਰਾਂ ਨੇ ਨਾਮ ਜਪਿਆ ਸੀ, ਇੱਥੇ ਇਹਨਾਂ ਨੂੰ ਮਤਲਬ ਜਿਵੇਂ ਇਤਿਹਾਸ ਹੈ ਕਿ ਇੱਥੇ ਇਹਨਾਂ ਨੂੰ ਫਿਰ ਮਿਲਿਆ ਨਹੀਂ, ਫਿਰ ਉਹਨਾਂ ਨੇ ਚਾਦਰ ਦੇ ਨਾਲ ਹੀ ਪਾਰ ਕਰ ਲਈ ਨਾਮ ਦੇ ਆਸਰੇ। ਤੇ ਇਹ ਜਿਹੜੀ ਸਾਖੀ ਤੁਸੀਂ ਸੁਣੀ ਹੈ, ਇਹ ਉਧਰ ਅਰਬ ਦੇਸ਼ ਦੀ ਕੋਈ ਸਾਖੀ ਹੈ, ਮਾਫ ਕਰਨਾ ਅਰਬ ਦੀ ਨਹੀਂ ਹੋ ਸਕਦੀ ਕਿਉਂਕਿ ਜੋਗੀ ਆਪਣੇ ਦੇਸ਼ ਹੀ ਹੁੰਦੇ ਆ। ਇਹ ਕੋਈ ਆਪਣੇ ਹਿੰਦੁਸਤਾਨ ਦੇ ਹੋਰ ਇਲਾਕੇ ਦੀ ਸਾਖੀ ਹੋਵੇਗੀ, ਮੈਨੂੰ ਯਾਦ ਨਹੀਂ ਹੈ। ਤੇ ਉਸ ਜਗ੍ਹਾ ਦੇ ਉੱਤੇ ਵੀ ਇਸ ਤਰ੍ਹਾਂ ਜਿਹੜਾ ਹੈ ਜੋਗੀ ਨੇ ਜਿਹੜੀ ਚਾਦਰ ਵਿਛਾ ਕੇ ਉਹਦੇ ਉੱਤੇ ਜਦੋਂ ਉਹਨੇ ਪਾਰ ਕਰਕੇ ਫਿਰ ਵਾਪਸ ਆਇਆ ਤੇ ਸਤਿਗੁਰਾਂ ਨੇ ਕਿਹਾ ਕਿੰਨਾ ਟਾਈਮ ਲਿਆ, ਕਿੰਨਾ ਸਮੇਂ ਦੀ ਇਹ ਜਪਦਾ ਪਿਓ, ਕਹਿੰਦਾ ਮੈਨੂੰ 10 ਸਾਲ ਹੋ ਗਏ ਇਹਦੀ ਸਾਧਨਾ ਕਰਦੇ ਹਨ। ਤੇ ਸਤਿਗੁਰਾਂ ਨੇ ਕਹਿ ਦਿੱਤਾ ਕਿ 10 ਸਾਲ ਤੂੰ ਇਹੋ ਹੀ ਕੰਮ ਕਰਦਾ ਰਿਹਾ ਤੇ ਇਹ ਕੰਮ ਤੇ ਤੂੰ 2 ਮਹੀਨਿਆਂ ਦੇ ਵਿੱਚ ਕਿਸ਼ਤੀ ਬਣਾ ਕੇ ਵੀ ਕਰ ਸਕਦਾ। ਉਹਦੀ ਇਸ ਗੱਲ ਦਾ ਸਤਿਗੁਰਾਂ ਨੇ ਖੰਡਨ ਕੀਤਾ। ਇਹ ਕਿਸੇ ਹੋਰ ਜਗ੍ਹਾ ਦੀ ਜਿਹੜੀ ਘਟਨਾ ਹੈ ਤੇ ਚਾਦਰ ਸਾਹਿਬ ਵਾਲੀ ਘਟਨਾ ਜਿਹੜੀ ਇਹ ਆਪ ਜੀ ਇਤਿਹਾਸ ਤੋਂ ਜਾਣੂ, ਇਹ ਨੇੜੇ ਆਪਣੇ ਗੁਰਦੁਆਰਾ ਸਾਹਿਬ। ਤੇ ਕੋਸ਼ਿਸ਼ ਕਰਿਆ ਕਰੋ ਕਿ ਜਿਸ ਦਿਨ ਕਲਾਸ ਹੋਵੇ ਉਸੇ ਦਿਨ ਹੀ ਸਵਾਲ ਜਿਹੜਾ ਆ ਆਪ ਜੀ ਨੇ ਪੁੱਛਣਾ। ਤੇ ਇਸ ਤੋਂ ਇਲਾਵਾ ਜੇ ਨਹੀਂ ਸਮਾਂ ਨਹੀਂ ਯਾਦ ਆਉਂਦਾ ਤੇ ਕੋਈ ਗੱਲ ਨਹੀਂ, ਆਪ ਜੀ WhatsApp ਕਰ ਦਿਆ ਕਰੋ ਤੇ ਫਿਰ ਆਪਾਂ ਸਵਾਲ ਜਿਹੜਾ ਹੈ ਕਲੀਅਰ ਕਰਕੇ ਫਿਰ ਅੱਗੇ ਜਾਇਆ ਕਰਾਂਗੇ। ਸੋ ਹੋਰ ਕਿਸੇ ਦਾ ਜਿਹੜਾ ਹਾਂਜੀ ਹਾਂਜੀ ਆਨੰਦ ਕਾਰਜ ਨੂੰ ਰਿਲੇਟਡ ਜੇ ਆਪ ਜੀ ਦਾ ਕੋਈ ਹੋਰ ਸਵਾਲ ਹੋਵੇ ਤਾਂ ਠੀਕ ਹੈ ਜੀ। ਵਾਹਿਗੁਰੂ। ਕੋਈ ਨਹੀਂ, ਸਵਾਲ ਜਿਹੜਾ ਆਉਂਦਾ ਹੁੰਦਾ ਹੈ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਜਦੋਂ ਕਲਾਸ ਦੀ ਆਰੰਭਤਾ ਤੋਂ ਪਹਿਲਾਂ ਵਿਚਾਰ ਲਿਆ ਕਰੀਏ। ਅਸਲ 'ਚ ਕੀ ਹੁੰਦਾ ਹੈ ਕਿ ਜਦੋਂ ਆਪਾਂ ਕਲਾਸ ਦਾ ਵਿਸ਼ਾ ਖਤਮ ਕਰ ਲੈਂਦੇ ਹਾਂ ਨਾ, ਉਹ ਫਿਰ ਧਿਆਨ 'ਚ ਉਹ ਵਿਸ਼ਾ ਹੁੰਦਾ ਹੈ ਤੇ ਇਹਦਾ ਗੁੱਸਾ ਨਾ ਕਰਨਾ ਆਪ ਜੀ ਨੇ। ਅਸਲ 'ਚ ਧਿਆਨ 'ਚ ਵਿਸ਼ਾ ਹੁੰਦਾ ਤੇ ਜਦੋਂ ਉਹਦੇ ਨਾਲ ਰਿਲੇਟਡ ਸਵਾਲ ਹੁੰਦਾ ਤੇ ਉਹ ਫਿਰ ਪਕੜ ਬਣ ਜਾਂਦੀ ਹੈ। ਤੇ ਜਦੋਂ ਤਾਂ ਕਰਕੇ ਮੈਂ ਕਿਹਾ ਵੀ ਤੁਸੀਂ WhatsApp ਕਰ ਦਿਆ ਕਰੋ, ਆਪਾਂ ਕਲਾਸ ਦੀ ਆਰੰਭਤਾ ਤੋਂ ਪਹਿਲਾਂ ਤੁਹਾਡਾ ਸਵਾਲ ਵਿਚਾਰ ਲਿਆ ਕਰਾਂਗੇ, ਫਿਰ ਉਸ ਤੋਂ ਬਾਅਦ ਆਪਾਂ ਵਿਸ਼ਾ ਸ਼ੁਰੂ ਕਰ ਲਿਆ ਕਰਾਂਗੇ। ਤੇ ਜਦੋਂ ਵਿਸ਼ੇ ਦੇ ਨਾਲ ਸੰਬੰਧਿਤ ਸਵਾਲ ਹੁੰਦਾ ਤੇ ਉਹ ਫਿਰ ਕਲੀਅਰ ਹੋ ਜਾਂਦਾ ਹੈ। ਇਸ ਕਰਕੇ ਵਿਸ਼ੇਸ਼ ਆਨੰਦ ਆਉਂਦਾ ਜਦੋਂ ਆਪਾਂ ਵਿਸ਼ੇ ਦੇ ਵਿੱਚ ਰਹਿ ਕੇ ਗੱਲ ਕਰਦੇ ਹਾਂ। ਤੇ ਇਸ ਕਰਕੇ ਥੋੜੀ ਜਿਹੀ ਆਪ ਜੀ ਨੂੰ ਬੇਨਤੀ ਹੈ। ਸੋ ਆਪਾਂ ਹੁਣ ਸਮਾਪਤੀ ਕਰੀਏ ਜੀ। ਓਕੇ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਇਸੇ ਤਰ੍ਹਾਂ ਆਪ ਜੀ ਨੇ ਹੁਣ 6:30 ਵਜੇ ਜੋ ਸ਼ਾਮ ਦੀ ਕਲਾਸ ਉਹਦੇ ਵਿੱਚ ਵੀ ਜੁੜਨਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।